ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ, ਮੌਸਮ ਕਾਫੀ ਗਰਮ ਹੋ ਗਿਆ। ਬਿਲਕੁਲ ਜੀ, ਰਿਕਾਰਡ ਪਿਛਲੇ ਕਈ ਦਹਾਕਿਆਂ ਨਾਲ ਟੁੱਟ ਰਿਹਾ ਤੇ ਮੈਂ ਅੱਜ ਖਬਰ ਪੜ੍ਹ ਕੇ ਹਟਿਆ ਕਿ ਐਤਕੀ ਰਿਕਾਰਡ ਕਈ ਟੁੱਟਣੇ ਆ ਜੀ, ਕਿਉਂਕਿ ਮਈ ਜੂਨ ਦੇ ਵਿੱਚ ਐਤਕੀ ਵੱਟ ਕੱਢ ਗਰਮੀ ਪੈਣੀ ਆ। ਹੁਣ ਵੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ 32-33 ਡਿਗਰੀ ਤੱਕ ਤਾਪਮਾਨ ਪਹੁੰਚ ਜਾਂਦਾ, ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਤੇ ਅਚੰਭੇ ਵਾਲੀ ਗੱਲ ਆ। ਬਿਲਕੁਲ ਸਹੀ। ਔਰ ਜਿਸ ਹਿਸਾਬ ਦੇ ਨਾਲ ਇੱਕਦਮ ਮੌਸਮ ਨੇ ਕਰਵਟ ਬਦਲੀ ਹੈ, ਚਲੋ ਇੱਕ ਪਾਸੇ ਕਣਕਾਂ ਦੇ ਲਈ ਤਾਂ ਇਹ ਸਾਰਾ ਕੁਝ ਚੰਗਾ ਹੈ ਕਿਉਂਕਿ ਹੁਣ ਥੋੜੇ ਸਮੇਂ ਨੂੰ ਵਾਢੀਆਂ ਸ਼ੁਰੂ ਹੋ ਜਾਣੀਆਂ ਨੇ। ਆਪਾਂ ਵੇਖਿਆ ਕਿ ਖੇਤਾਂ ਦੇ ਵਿੱਚ ਹੁਣ ਹਰ ਪਾਸੇ ਸੁਨਹਿਰੀ ਕਣਕ ਜਿਹੜੀ ਹੈ ਉਹ ਦਿਖਦੀ ਹੈ, ਪਰ ਨਾਲ ਦੀ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਵੀ ਜਿਹੜੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਚਲੋ ਮੌਸਮ ਹੈ, ਇਹਨੇ ਬਦਲਣਾ ਹੀ ਹੈ, ਸਮੇਂ ਦੇ ਨਾਲ ਇਹ ਤਬਦੀਲੀ ਆਉਣੀ ਹੀ ਹੈ। ਸੋ ਆਪਾਂ ਜੱਜ ਦੇ ਵਿਚਾਰ ਵੱਲ ਨੂੰ ਵਧੀਏ। ਤੇ ਮੇਰੀ ਇੱਕ ਬੇਨਤੀ ਹੈ ਕਿ ਇਸ ਵਕਤ ਜਦੋਂ ਗਰਮੀ ਜ਼ੋਰ ਫੜ ਚੁੱਕੀ ਹੈ ਤਾਂ ਆਪਾਂ ਆਪਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਨਾ ਕੂੰਡੇ ਪਾਣੀ ਦੇ ਭਰ ਕੇ ਰੱਖੀਏ, ਭਾਂਡੇ ਪਾਣੀ ਦੇ ਭਰ ਕੇ ਰੱਖੀਏ, ਬੱਠਲ ਪਾਣੀ ਦੇ ਭਰ ਕੇ ਰੱਖੀਏ, ਕਿਉਂਕਿ ਪੰਛੀਆਂ ਨੂੰ ਬਹੁਤ ਲੋੜ ਆ। ਪੰਛੀ ਇਸ ਗਰਮੀ ਦੇ ਵਿੱਚ ਤ੍ਰਿਹਾਏ ਮਰ ਜਾਂਦੇ ਆ, ਪਾਣੀ ਨੂੰ ਤਰਸਦੇ ਮਰ ਜਾਂਦੇ ਆ। ਇਸ ਕਰਕੇ ਉਹਨਾਂ ਨੂੰ ਬਚਾਉਣ ਦਾ ਕੰਮ ਵੀ ਆਪਾਂ ਕਰੀਏ। ਜੀ ਬਿਲਕੁਲ। ਵੈਸੇ ਵੀ ਇਹ ਇਕੱਲਾ ਗਰਮੀ ਦੀ ਗੱਲ ਨਹੀਂ, ਵੈਸੇ ਵੀ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇੱਕ ਭਾਂਡਾ ਜਿਹੜਾ ਉਹ ਪਾਣੀ ਦਾ ਤੇ ਇੱਕ ਭਾਂਡਾ ਥੋੜੇ ਜੇ ਅੰਨ ਦਾ, ਹਨਾ, ਚਾਹੇ ਉਹਦੇ ਵਿੱਚ ਆਪਾਂ ਕੋਈ ਸਤਨਾ ਜਾ ਪਾ ਦਈਏ, ਕਣਕ ਪਾ ਦਈਏ, ਹਾਂ ਕੁਝ ਵੀ ਜੋ ਕਿ ਪੰਛੀਆਂ ਦੇ ਲਈ ਚੰਗਾ ਹੋਏ, ਹਨਾ, ਉਹ ਪਾ ਕੇ ਜ਼ਰੂਰ ਰੱਖਿਆ ਕਰੀਏ ਕਿ ਉਹ ਆਪਣੇ ਹਿੱਸੇ ਦਾ ਚੁਗ ਜਾਣ। ਇਹ ਜ਼ਰੂਰੀ ਹੈ, ਜੇ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ। ਸੋ ਆਪਾਂ ਟਾਣਾ ਸਾਹਿਬ ਜੱਜ ਦੇ ਵਿਚਾਰ ਵੱਲ ਨੂੰ ਵਧੀਏ। ਜੱਜ ਦਾ ਵਿਚਾਰ ਇਹ ਆ ਕਿ ਜੇਕਰ ਚੁੱਪ ਰਹਿਣਾ ਇੱਕ ਸਾਧਨਾ ਹੈ, ਜੇਕਰ ਚੁੱਪ ਰਹਿਣਾ ਇੱਕ ਸਾਧਨਾ ਹੈ ਤਾਂ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ। ਵਾਹ। ਤੇ ਇਹ ਕਲਾ ਜਿਨ੍ਹਾਂ ਦੇ ਅੰਦਰ ਹੈ ਤੇ ਉਹ ਸਾਰੇ ਪਾਸਿਓਂ ਠੀਕ ਰਹਿੰਦੇ ਆ, ਪ੍ਰਸੰਨ ਰਹਿੰਦੇ ਆ। ਉਹਨਾਂ ਦਾ ਮੇਲ ਜੋਲ, ਉਹਨਾਂ ਦਾ ਸਮਾਜਿਕ ਦਾਇਰਾ ਬਹੁਤ ਵੱਡਾ ਤੇ ਵਧੀਆ ਹੁੰਦਾ। ਪਰ ਜਿਹਨੂੰ ਬੋਲਣ ਦੀ ਸਮਝ ਹੈ ਨਹੀਂ ਕਿ ਜਿਹੜਾ ਜਿੱਥੇ ਮਰਜ਼ੀ ਫਾਹ ਕਰਨ ਲੱਗ ਜਾਂਦਾ, ਉਹਦੇ ਨਾਲੋਂ ਲੋਕ ਹੌਲੀ ਹੌਲੀ ਟੁੱਟਣ ਲੱਗ ਜਾਂਦੇ ਆ ਤੇ ਅਖੀਰ ਦੇ ਉੱਤੇ ਉਹ ਇਕੱਲਾ ਰਹਿ ਜਾਂਦਾ। ਤੁਸੀਂ ਅੰਦਰੋਂ ਕਿਸੇ ਦੇ ਲਈ ਕਿਹੋ ਜਿਹੇ ਆ ਇਹ ਤਾਂ ਬਾਅਦ ਦੀਆਂ ਗੱਲਾਂ, ਕਿਹੜਾ ਕਿਸੇ ਨੇ ਅੰਦਰੋਂ ਫਰੋਲ ਕੇ ਦੇਖਣਾ, ਪਰ ਆਪਣੀ ਜ਼ੁਬਾਨ ਵੀ ਸਹੀ ਹੋਣੀ ਚਾਹੀਦੀ ਆ। ਕਿਸੇ ਦੇ ਲਈ ਇੰਨਾ ਕੌੜਾ ਨਾ ਬੋਲੋ ਕਿ ਬੰਦਾ ਤੁਹਾਡੇ ਕੋਲੋਂ ਦੂਰ ਹੋ ਜਾਓ, ਤੇ ਕਿਤੇ ਤੁਸੀਂ ਇਹੋ ਜਿਹੇ ਬਨਾਵਟੀਪਣ ਦੇ ਸ਼ਿਕਾਰ ਹੋ ਕੇ ਮਿੱਠੇ ਵਾਲੇ ਵੀ ਨਾ ਬਣ ਜਾਓ ਵੀ ਬਾਅਦ ਦੇ ਵਿੱਚ ਥੋੜਾ ਪਤਾ ਲੱਗੇ ਵੀ ਉੱਤੋਂ ਮੂੰਹ ਦਾ ਮਿੱਠਾ ਪੱਲੇ ਦੇ ਕੱਖ ਨਹੀਂਗਾ। ਜੀ ਮੇਰੇ ਪਾਪਾ ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਇੰਨੇ ਮਿੱਠੇ ਨਾ ਬਣੋ ਕਿ ਕੋਈ ਤੁਹਾਨੂੰ ਨਿਗਲ ਜਾਏ ਤੇ ਇੰਨੇ ਕੌੜੇ ਵੀ ਨਾ ਬਣੋ ਕਿ ਕੋਈ ਤੁਹਾਨੂੰ ਥੁੱਕ ਜਾਏ। ਹਮੇਸ਼ਾ ਹਿਸਾਬ ਕਿਤਾਬ ਦੇ ਵਿੱਚ ਬੰਦੇ ਨੂੰ ਰਹਿਣਾ ਚਾਹੀਦਾ ਹੈ। ਜਿਹੜਾ ਮੈਂ ਚਾਹੀਦਾ ਵਿਚਾਰ ਅੱਜ ਲੈ ਕੇ ਆਈ ਹਾਂ, ਟਾਣਾ ਸਾਹਿਬ ਕਹਿੰਦੇ ਕਿ ਇਹ ਕਲਯੁਗ ਹੈ। ਇੱਥੇ ਬੁਰੇ ਨਾਲ ਬੁਰਾ ਚਾਹੇ ਹੋਵੇ ਨਾ ਹੋਵੇ, ਪਰ ਚੰਗੇ ਨਾਲ ਬੁਰਾ ਜ਼ਰੂਰ ਹੋ ਜਾਂਦਾ। ਬਿਲਕੁਲ ਤੁਹਾਡੀ ਗੱਲ ਸਹੀ ਆ। ਮਾੜੇ ਨਾਲ ਮਾੜਾ ਤਾਂ ਹੁੰਦਾ ਹੀ, ਆਪਾਂ ਜਾਣਦੇ ਵੀ ਆ, ਪਰ ਇੱਥੇ ਚੰਗੇ ਨਾਲ ਚੰਗਾ ਹੋਵੇ ਇਹ ਵੀ ਗੱਲ ਜ਼ਰੂਰੀ ਨਹੀਂ ਆ। ਚੰਗੇ ਨਾਲ ਵੀ ਮਾੜਾ ਹੁੰਦਾ। ਸੋ ਪਰ ਜਦੋਂ ਅਸੀਂ ਗੁਣਤੀਆਂ ਮਿਣਤੀਆਂ ਦੇ ਵਿੱਚ ਪੈ ਰਹਿੰਦੇ ਹਾਂ, ਗੁਣਾ ਘਟਾਓ ਚ ਪੈ ਰਹਿੰਦੇ ਹਾਂ ਕਿ ਮੈਂ ਤਾਂ ਚੰਗਾ ਕੀਤਾ, ਉਹਨੇ ਮਾੜਾ ਕੀਤਾ, ਉਹ ਹੈ ਹੀ ਮਾੜਾ, ਫਲਾਣਾ ਐਂ ਹੀ ਹੈ, ਇਹਨਾਂ ਗੱਲਾਂ ਤੋਂ ਆਪਾਂ ਉੱਤੇ ਉੱਠ ਗਏ। ਆਪਾਂ ਇਹਨਾਂ ਗੱਲਾਂ ਦੇ ਵਿੱਚ ਨੱਕ ਤੱਕ ਫਸੇ ਪਏ ਆ। ਹੁਣ ਥੋੜਾ ਜਿਹਾ ਆਪਾਂ ਬਾਹਰ ਨਿਕਲ ਗਏ ਇਹਨਾਂ ਗੱਲਾਂ ਦੇ ਵਿੱਚੋਂ, ਆਪ ਦੀ ਗਰੰਟੀ ਲੱਗੇ, ਕਿਸੇ ਹੋਰ ਦੀ ਕਤੋਂ ਚੱਕਦੇ ਆ। ਬਿਲਕੁਲ। ਤੇ ਨਾਲੇ ਕਿਸੇ ਹੋਰ ਦੇ ਕੰਮ ਦੇ ਵਿੱਚ ਢੁੱਚੜਾਉਣ ਦੀ ਕੋਸ਼ਿਸ਼ ਵੀ ਨਾ ਕਰੀਏ। ਜੇਕਰ ਕੋਈ ਆਪਣਾ ਕੰਮ ਕਰ ਰਿਹਾ ਉਹਨੂੰ ਉਹਦਾ ਕਰਨ ਦਈਏ ਤੇ ਆਪਾਂ ਆਪਦਾ ਕੰਮ ਕਰੀਏ। ਵਿਹਲੇ ਲੋਕ ਦੂਜੇ ਦੇ ਵਿੱਚ ਨੁਕਸ ਕੱਢਦੇ ਆ ਤੇ ਜਿਹੜੇ ਲੋਕ ਬਹੁਤ ਰੁਝੇਵੇਂ ਵਾਲੇ ਆ ਤੇ ਸਮਾਜ ਲਈ, ਪਰਿਵਾਰ ਲਈ, ਆਰਥਿਕਤਾ ਦੇ ਲਈ ਕੁਝ ਨਾ ਕੁਝ ਕਰਦੇ ਆ, ਉਹਨਾਂ ਕੋਲੇ ਬਿਲਕੁਲ ਸਮਾਂ ਨਹੀਂ ਹੁੰਦਾ। ਜਿਹੜੇ ਲੋਕ ਬਹੁਤ ਮਸਰੂਫ ਰਹਿੰਦੇ ਆ ਉਹਨਾਂ ਨੂੰ ਤਾਂ ਆਥਣ ਦੇ ਵੇਲੇ ਮੰਜਾ ਮਸਾ ਲੱਭਦਾ ਵੀ ਥੱਕ ਟੁੱਟ ਕੇ ਡਿੱਗ ਗਏ ਤੇ ਤੜਕੇ ਫੇਰ ਕੰਮ ਤੇ ਜਾਣਾ, ਖੇਤ ਜਾਣਾ, ਹੋਰ ਕੰਮ ਕਾਜ ਕਰਨੇ ਆ। ਪਰ ਜਿਹੜੇ ਲੋਕ ਵਿਹਲੇ ਆ ਨਾ, ਉਹਨਾਂ ਨੇ ਕਹਿਣਾ ਵੀ ਫਲਾਣੇ ਦੀ ਕੁੜੀ ਆਏ ਆ, ਫਲਾਣੇ ਦਾ ਮੁੰਡਾ ਆਏ ਆ, ਫਲਾਣਾ ਤਾਂ ਬੰਦਾ ਹੈ ਹੀ ਇਦਾਂ ਦਾ, ਫਲਾਣਾ ਤਾਂ ਹੈ ਹੀ ਇਦਾਂ ਦਾ ਸੀ। ਸੋ ਇਹਨਾਂ ਗੱਲਾਂ ਤੋਂ ਆਪਾਂ ਬਾਹਰ ਨਿਕਲ ਗਏ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਇੱਕ ਬਹੁਤ ਦੁਖਦਾਇਕ ਖਬਰ ਦੀ ਸਾਂਝ ਪਾ ਲੈਂਦੇ ਆ। ਇਹ ਇਹੋ ਜਿਹੀ ਖਬਰ ਹੈ ਜਿਹਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ, ਕਿਉਂਕਿ ਜਿਵੇਂ ਮੈਂ ਚਾਹੀ ਦਾ ਵਿਚਾਰ ਹੀ ਦਿੱਤਾ ਸੀ ਕਿ ਚੰਗੇ ਬੰਦੇ ਦੇ ਨਾਲ ਮਾੜਾ ਹੋ ਜਾਂਦਾ ਹੈ, ਇਹ ਕਲਯੁਗ ਹੈ। ਸੋ ਇਹੋ ਜਿਹੀ ਮਾੜੀ ਹੀ ਖਬਰ ਸਾਹਮਣੇ ਆਈ ਹੈ। ਦਿਲਜਾਨ ਜਿਹੜਾ ਕਿ ਇੱਕ ਬਹੁਤ ਮਸ਼ਹੂਰ ਗਾਇਕ ਰਿਹਾ ਹੈ, ਉਹ ਅਕਾਲ ਚਲਾਣਾ ਕਰ ਗਿਆ। ਬਹੁਤ ਦੁੱਖ ਹੋਇਆ ਅੱਜ ਜਦੋਂ ਮੈਨੂੰ ਸਵੇਰ ਦੇ ਵੇਲੇ 6 ਵਜੇ ਇਸ ਖਬਰ ਦਾ ਪਤਾ ਲੱਗਾ ਨਾ, ਤਾਂ ਮੇਰਾ ਗੱਚ ਭਰ ਆਇਆ, ਕਿਉਂਕਿ ਦਿਲਜਾਨ ਸਾਡਾ ਬਹੁਤ ਅਜ਼ੀਜ਼ ਵੀ ਸੀ। ਦਿਲਜਾਨ ਨੇ ਕਈ ਵਾਰ ਇੱਛਾ ਪ੍ਰਗਟਾਈ ਸੀ ਕਿ ਮੈਂ ਵੀ ਚਾਹੁੰਦਾ ਜੀ ਕਿ ਪ੍ਰਾਈਮ ਏਸ਼ੀਆ ਤੇ ਆਵਾਂ, ਤੁਸੀਂ ਮੇਰੀ ਇੰਟਰਵਿਊ ਕਰੋ। ਸਤਨਾਮ ਸਿੰਘ ਮਾਨਕ ਜੀ ਜਿਹੜੇ ਕਿ ਸੀਨੀਅਰ ਪੱਤਰਕਾਰ ਆ, ਉਹਨਾਂ ਦਾ ਲਿਖਿਆ ਹੋਇਆ ਪਿੱਛੇ ਜੇ ਗੀਤ ਗਾਇਆ ਸੀਗਾ ਇੱਕ ਦਿਲਜਾਨ ਨੇ, ਜਿਹੜਾ ਕਿ ਕਿਸਾਨ ਅੰਦੋਲਨ ਦੇ ਮੁਤਲਕ ਹੈਗਾ। ਉਸ ਤੋਂ ਇਲਾਵਾ ਵੀ ਹੋਰ ਕਈ ਉਹਨੇ ਉਪਰਾਲੇ ਕੀਤੇ ਸੀਗੇ, ਪਰ ਅਸੀਂ ਇਹ ਸੋਚਿਆ ਜੀ ਕਿ ਛੇਤੀ ਕਰ ਲੈਂਦੇ ਆ,
ਹਾਲੇ ਹੋਰ ਕਈ ਮੁਲਾਕਾਤਾਂ ਪਈਆਂ ਹੈਗੀਆਂ, ਹਾਲੇ ਉਹ ਚਲਾ ਕੇ ਬਾਅਦ ਦੇ ਵਿੱਚ ਇਹਨਾਂ ਦੀ ਕਰਨੀ ਆ, ਪਰ ਪਤਾ ਨਹੀਂ ਸੀ ਕਿ ਇੰਨਾ ਵੱਡਾ ਭਾਣਾ ਵਾਪਰ ਜਾਣਾ, ਆਹ ਕੁਝ ਹੋ ਜਾਣਾ। ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਕਾਰ ਬੇਹੱਦ ਨੁਕਸਾਨੀ ਗਈ, ਦਿਲਜਾਨ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਇਸ ਵਕਤ ਜਵਾਨੀ ਦੇ ਵਿੱਚ ਸੀ, ਉਹਦੀ ਬਹੁਤ ਸੁਰੀਲੀ ਆਵਾਜ਼ ਸੀ ਤੇ ਬਾਕਮਾਲ ਬੰਦਾ ਸੀ। ਆਮ ਤੌਰ ਦੇ ਉੱਤੇ ਜਦੋਂ ਕੋਈ ਜਹਾਨੋਂ ਕੂਚ ਕਰ ਜਾਂਦਾ ਸਾਰੇ ਹੀ ਚੰਗਾ ਕਹਿੰਦੇ ਉਹਨੂੰ, ਇਹ ਬੰਦਾ ਬਹੁਤ ਚੰਗਾ ਸੀ। ਪਰ ਮੈਂ ਅਜੇ ਤੱਕ ਪਿਛਲੇ 10 ਵਰ੍ਹਿਆਂ ਦੇ ਵਿੱਚ ਦਿਲਜਾਨ ਨੂੰ ਕਿਸੇ ਨਾਲ ਬਹਿਸਦਾ, ਕਿਸੇ ਦੇ ਨਾਲ ਲੜਦਾ, ਕਿਸੇ ਨਾਲ ਖਰਵੇ ਬੋਲਦਾ, ਕਿਸੇ ਨਾਲ ਚਲਾਕੀ ਕਰਦਾ ਬਿਲਕੁਲ ਨਹੀਂ ਸੀ ਵੇਖਿਆ। ਉਹ ਇੰਨਾ ਸਾਊ ਜਾਂ ਮਲੂਕੜਾ ਜਿਹਾ ਮੁੰਡਾ ਸੀਗਾ, ਪਤਾ ਨਹੀਂ ਸੀ ਵੀ ਐਦਾਂ ਕੁਦਰਤ ਭਾੜਾ ਵਰਤਾਊਗੀ ਤੇ ਉਹ ਸਾਡੇ ਹੱਥ ਦੇ ਵਿੱਚੋਂ ਨਿਕਲ ਜੂਗਾ ਤੇ ਹੈ ਤਾਂ ਉਹਨੇ ਸੀ ਹੋ ਜਾਣਾ। ਉਹਦਾ ਇੱਕ ਗੀਤ ਆ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਰਿਲੀਜ਼ ਹੋਣਾ ਸੀ, ਉਹਦੇ ਗਾਣੇ ਦੀ ਵੀਡੀਓ ਜਿਹੜੀ ਤਿਆਰ ਕੀਤੀ ਸੀ ਉਹ ਸੀ ਅੰਮ੍ਰਿਤਸਰ ਦੇ ਵਿੱਚ ਐਡੀਟਿੰਗ ਹੋ ਰਹੀ ਸੀ। ਉੱਥੋਂ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ, ਸ਼ਾਇਦ 2-2:30 ਵਜੇ ਦਾ ਸਮਾਂ ਹੋਵੇ ਰਾਤ ਦਾ, ਕੱਲਾ ਸੀ ਗੱਡੀ ਚਲਾਉਂਦਾ। ਪਤਾ ਨਹੀਂ ਕੀ ਕਾਰਨ ਵਾਪਰਿਆ, ਕਾਰ ਆ ਜਿਹੜੀ ਉਹ ਤਬਾਹ ਹੋ ਗਈ ਤੇ ਉਹਨੂੰ ਬਚਾਇਆ ਨਹੀਂ ਜਾ ਸਕਿਆ। ਜੀ, ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਅੱਜ ਦੇ ਦੌਰ ਦੇ ਵਿੱਚ ਬਿਲਕੁਲ ਨਸ਼ਾ ਰਹਿਤ ਮੁੰਡਾ ਹੈ ਨਾ, ਜਿਹੜਾ ਕਿ ਮਤਲਬ ਆਪ ਤਾਂ ਨਸ਼ਾ ਦੂਰ ਦੀ ਗੱਲ ਹੈ, ਕਿਸੇ ਨਸ਼ਾ ਕਰਨ ਵਾਲੇ ਦੇ ਕੋਲ ਵੀ ਨਹੀਂ ਸੀ ਬਹਿੰਦਾ। ਆਮ ਤੌਰ ਦੇ ਉੱਤੇ ਨਾ ਜਦੋਂ ਕੋਈ 2-2:30 ਵਜੇ ਹਾਦਸਾ ਵਾਪਰੇ, ਬੰਦੇ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਵੀ ਯਾਰ ਕਿਤੇ ਪੀਤੀ ਪੂਤੀ ਨਾ ਹੋਵੇ। ਏਦਾਂ ਦੀ ਗੱਲ ਹੈ ਹੀ ਕੋਈ ਨਹੀਂ ਸੀ। ਮੇਰਾ ਖਿਆਲ ਹੈ ਵੀ ਉਹਨੇ ਕਦੇ ਸਵਾਦ ਵੀ ਨਹੀਂ ਚੱਖਿਆ ਹੋਣਾ ਵੀ ਇਹ ਹੈ ਕਿਹੋ ਜੀ ਚੀਜ਼। ਸੋ ਇਸ ਕਰਕੇ ਜਦੋਂ ਸਾਡੇ ਹੱਥ ਦੇ ਵਿੱਚੋਂ ਚਲਾ ਗਿਆ ਤੇ ਅਫਸੋਸ ਸਾਨੂੰ ਇਸ ਗੱਲ ਦਾ ਵੀ ਅਸੀਂ ਉਹਦੀ ਮੁਲਾਕਾਤ ਕਰੀ ਕਿਉਂ ਨਾ ਲਈ। ਅਫਸੋਸ ਇਸ ਗੱਲ ਦਾ ਟੱਬਰ ਨੂੰ ਆ ਵੀ ਉਸ ਦਿਨ ਡਰਾਈਵਰ ਉਹ ਨਾਲ ਕਿਉਂ ਨਾ ਲੈ ਕੇ ਗਿਆ। ਕੀ ਪਤਾ ਵੀ ਕੀ ਕਾਰਨ ਵਾਪਰ ਗਿਆ, ਜੇਕਰ 2 ਜਾਣੇ ਹੁੰਦੇ ਗੱਲੀ ਬਾਤੀ ਲਾ ਕੇ ਸ਼ਾਇਦ ਕੋਈ ਨਾ ਕੋਈ ਹਾਦਸੇ ਤੋਂ ਟਲ ਜਾਂਦੇ। ਸੋ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਮਨ ਦੇ ਵਿੱਚ ਆ ਰਹੀਆਂ, ਪਰ ਮੁੰਡਾ ਬਹੁਤ ਸੰਘਰਸ਼ੀਲ ਸੀ ਤੇ ਜਿਹੜਾ ਪ੍ਰਤਿਭਾ ਖੋਜ ਮੁਕਾਬਲੇ ਜਿਹਨੂੰ ਅਸੀਂ ਰਿਐਲਿਟੀ ਸ਼ੋਅ ਕਹਿੰਦੇ ਆ ਉਹਦੇ ਵਿੱਚੋਂ ਨਿਕਲਿਆ ਸੀ। ਤੇ ਆਸ਼ਾ ਭੌਂਸਲੇ ਜਿਹੜੀ ਸਿਰੇ ਦੀ ਗਾਇਕਾ, ਉਹਦੇ ਵੱਲੋਂ ਉਹਦੀ ਕਲਾ ਦੀ ਬਹੁਤ ਕਦਰ ਕੀਤੀ ਗਈ ਸੀ, ਕਿਉਂਕਿ ਜਦੋਂ ਸੁਰ ਖੇਤਰ ਪ੍ਰੋਗਰਾਮ ਸੀਗਾ ਇੱਕ, ਉਹਦੇ ਵਿੱਚ ਉਹਨੇ ਆਪਦਾ ਭਾਗੀਦਾਰ ਬਣ ਕੇ ਤੇ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀਗਾ। ਤੇ ਉਹਨਾਂ ਨੇ ਗੱਲ ਕਹੀ ਸੀ ਆਸ਼ਾ ਭੌਂਸਲੇ ਨੇ ਵੀ ਕਮਾਲ ਆ ਤੇਰੀ ਆਵਾਜ਼, ਸਿਰਾ ਤੇਰੀ ਆਵਾਜ਼। ਉਸ ਤੋਂ ਬਾਅਦ ਬਹੁਤ ਸਾਰੇ ਉਹਦੇ ਗਾਣੇ ਆਏ, ਪਰ ਜਹਾਨੋਂ ਤੁਰ ਗਿਆ। ਸਮਾਂ ਕਦੇ ਹੱਥ ਨਹੀਂ ਆਉਂਦਾ ਹੁੰਦਾ, ਜਦੋਂ ਹੱਥੋਂ ਨਿਕਲ ਜਾਵੇ ਤਾਂ ਬੰਦੇ ਕੋਲ ਸਿਰਫ ਗੱਲਾਂ ਰਹਿ ਜਾਂਦੀਆਂ ਨੇ। ਸੋ ਪਰ ਇੱਕ ਚੀਜ਼ ਜ਼ਰੂਰ ਹੈ ਕਿ ਚੰਗੇ ਲੋਕਾਂ ਦੀ ਲੋੜ ਹਮੇਸ਼ਾ ਹੀ ਹੁੰਦੀ ਹੈ, ਸਦਾ ਹੀ ਹੁੰਦੀ ਹੈ। ਪਰ ਇਹ ਵਾਕਈ ਇਹ ਵਰਾ, ਇਸ ਤੋਂ ਪਿਛਲਾ ਵਰਾ ਵੀ ਆਪਾਂ ਬਹੁਤ ਕੁਝ ਗਵਾ ਲਿਆ ਇਹਨਾਂ ਵਰਿਆਂ ਦੇ ਵਿੱਚ। ਸੋ ਉਹ ਲੋਕ ਜਿਹੜੇ ਉਹ ਤਾਂ ਜਹਾਨੋਂ ਚਲੇ ਗਏ, ਉਹਨਾਂ ਨੇ ਕਦੇ ਵਾਪਸ ਨਹੀਂ ਆਉਣਾ। ਪਰ ਹਾਂ, ਆਪਾਂ ਠੀਕ ਹੈ ਵੀ ਜਿਹੜੇ ਬਾਕੀ ਲੋਕ ਨੇ, ਇੱਕ ਦਿਨ ਦੁੱਖ ਹੋਏਗਾ, 2 ਦਿਨ 3 ਦਿਨ, ਪਰ ਸਭ ਤੋਂ ਵੱਡਾ ਦੁੱਖ ਜਿਹੜਾ, ਸਭ ਤੋਂ ਵੱਡਾ ਘਾਟਾ ਜਿਹੜਾ ਇਸ ਸੰਗੀਤਕ ਦੁਨੀਆ ਨੂੰ ਪਿਆ ਤੇ ਉਸ ਪਰਿਵਾਰ ਨੂੰ ਪਿਆ ਜਿਨ੍ਹਾਂ ਦੇ ਘਰੋਂ ਜੀ ਤੁਰ ਗਿਆ ਤੇ ਜਿਹਨੇ ਕਦੇ ਮੁੜ ਕੇ ਨਹੀਂ ਆਉਣਾ। ਬਿਲਕੁਲ ਜੀ, ਟੱਬਰ ਉਹਦਾ ਜਿਹੜਾ, ਉਹਦੀ ਘਰਵਾਲੀ, ਉਹਦੀ ਬੱਚੀ, ਉਹਦੇ ਬਾਕੀ ਜਿਹੜੇ ਭਰਾ ਉਹ ਕੈਨੇਡਾ ਰਹਿੰਦੇ ਆ ਤੇ ਉਹ ਇੱਥੇ ਕੁਝ ਕੁ ਸਮਾਂ ਪਹਿਲਾਂ ਆਪਣੇ ਗਾਣੇ ਰਿਕਾਰਡ ਕਰਨ ਤੇ ਗਾਣਿਆਂ ਦਾ ਪ੍ਰਚਾਰ ਕਰਨ ਦੇ ਲਈ ਤੇ ਗਾਣੇ ਰਿਲੀਜ਼ ਕਰਨ ਦੇ ਲਈ, ਜਾਰੀ ਕਰਨ ਦੇ ਲਈ ਆਇਆ ਸੀਗਾ। ਸੋ ਮੇਰੇ ਦਿਮਾਗ ਦੇ ਵਿੱਚ ਹੋਰ ਬੜੀਆਂ ਗੱਲਾਂ ਆ ਰਹੀਆਂ ਵੀ ਇਸ ਵਰੇ ਦੇ ਵਿੱਚ ਕਿੰਨੇ ਕਲਾਕਾਰ ਚਲੇ ਗਏ। ਆ 1.25 ਮਹੀਨਾ ਪਹਿਲਾਂ ਦੀ ਗੱਲ ਹੈ ਜਦੋਂ ਸਰਦੂਲ ਸਿਕੰਦਰ ਸਾਹਿਬ ਸਾਡੇ ਕੋਲ ਚਲੇ ਗਏ ਆ। BS ਨਰੰਗ ਸਾਹਿਬ ਜਿਹੜੇ ਕਿ ਸ਼ਾਸਤਰੀ ਗਾਇਨ ਦੇ ਵਿੱਚ, ਸ਼ਾਸਤਰੀ ਸੰਗੀਤ ਦੇ ਵਿੱਚ ਬੜਾ ਨਿਪੁੰਨ ਸੀਗੇ, ਉਹ ਸਾਡੇ ਕੋਲ ਚਲੇ ਗਏ ਆ। ਜੇ ਅਸੀਂ ਗੱਲ ਕਰਦੇ ਹਾਂ ਜਗਜੀਤ ਜ਼ੀਰਵੀ ਸਾਹਿਬ ਦੀ, ਉਹਨਾਂ ਦੀ ਗਜ਼ਲ ਗਾਇਕੀ ਦੇ ਤੌਰ ਦੇ ਉੱਤੇ ਕਿੰਨੀ ਵੱਡੀ ਪਛਾਣ ਸੀ, ਉਹ ਸਾਡੇ ਕੋਲੋਂ ਚਲੇ ਗਏ ਆ। ਗਜ਼ਲ ਗੋ ਸੀਗੇ ਰਜਿੰਦਰ ਪਰਦੇਸੀ ਹੋਰੀ, ਉਹ ਸਾਡੇ ਕੋਲੋਂ ਚਲੇ ਗਏ ਆ। ਹੁਣ ਦਿਲਜਾਨ ਚਲਾ ਗਿਆ। ਬਸ ਹੱਥਾਂ ਦੇ ਵਿੱਚੋਂ ਸਾਥੀ ਕਿਰਦੇ ਜਾਂਦੇ ਆ, ਦੁੱਖ ਹੁੰਦਾ ਵੀ ਆ ਕੀ ਬਣੀ ਜਾਂਦਾ ਜੀ। ਜੱਜ ਦਾ ਵਿਚਾਰ। ਹਰਮਨ ਜੀ, ਦਿਲਜਾਨ ਦੇ ਬਾਰੇ ਜੀ ਕਰਦਾ ਵੀ ਹੋਰ ਗੱਲਾਂ ਕਰਗੇ। ਮੈਨੂੰ ਨਾ ਚੇਤੇ ਆ ਬਈ 1 ਵਰਾ ਪਹਿਲਾਂ ਦੀ ਗੱਲ ਹੋਊਗੀ ਜਦੋਂ ਉਹਨੇ ਫੋਨ ਕਰਕੇ ਗੱਲ ਕਹੀ ਕਿ ਮੇਰੇ ਨਾ ਇੱਕ ਗਾਣਾ ਆ ਰਿਹਾ ਤੇ ਮੇਰੀ ਤੁਸੀਂ ਖਬਰ ਲਵਾ ਸਕਦੇ ਹੋ। ਤੇ ਮੈਂ ਕਿਹਾ ਵੀ ਜਿੰਨੀ ਕਿ ਮੇਰੀ ਪੁੱਜਤ ਹੈਗੀ ਆ, ਮੈਂ ਤਿਲ ਫੁੱਲ ਤੇਰੀ ਮਦਦ ਕਰਨ ਦੇ ਲਈ ਤਿਆਰ ਆ। ਉਹਨੇ ਪਰ ਕਦੇ ਇਹ ਨਹੀਂ ਗੱਲ ਕਹੀ ਸੀ ਵੀ ਭਾਈ ਤੂੰ ਆਹ ਕੰਮ ਜ਼ਰੂਰ ਕਰਵਾ ਕੇ ਦੇ ਤੇ ਜੇਕਰ ਨਾ ਕਰਵਾਇਆ ਤੇ ਫਿਰ ਮੈਂ ਤੇਰੇ ਨਾਲ ਨਾਰਾਜ਼ ਆ। ਉਹਨੇ ਖਿੜੇ ਬੱਥੇ ਉਵੇਂ ਮਿਲਣਾ ਤੇ ਉਹਨੇ ਬਹੁਤ ਸੰਕੋਚ ਕੇ ਬੋਲਣਾ। ਇੱਕ ਸੰਗਾਊ ਜਿਹਾ ਬੰਦਾ ਨਹੀਂ ਹੁੰਦਾ ਜਿਵੇਂ ਵੀ ਉਹਨੇ ਸੰਗਦਾ ਜੀ ਰਹਿਣਾ ਹਮੇਸ਼ਾ ਵੀ ਯਾਰ ਮੈਨੂੰ ਕਿਤੇ ਇਉਂ ਜੇ ਨਾ ਕਹਿ ਦੇਣ, ਮੈਨੂੰ ਕਿਤੇ ਇਉਂ ਜੇ ਨਾ ਕਹਿ ਦੇਣ। ਕਈ ਵਾਰੀ ਅਸੀਂ ਗੱਲ ਕਹਿਣੀ ਵੀ ਦਿਲਜਾਨ ਦੀ ਜਿੰਨੀ ਕਮਾਲ ਦੀ ਆਵਾਜ਼ ਆ, ਇਹਨੂੰ ਜਿਹੜਾ ਮੁਕਾਮ ਬਹੁਤ ਵੱਡਾ ਮਿਲਣਾ ਚਾਹੀਦਾ ਹਾਲੇ ਤੱਕ ਮਿਲਿਆ ਨਹੀਂ। ਫਿਰ ਅਸੀਂ ਕਦੇ ਕਦੇ ਕਹਿਣਾ ਵੀ ਹਾਲੇ ਉਮਰ ਵੀ ਕਿਹੜੀ ਆ, ਕੋਈ ਪਤਾ ਨਹੀਂ ਹੁੰਦਾ। ਉਮਰ ਦੇ ਕਿਸੇ ਪੜਾਅ ਦੇ ਉੱਤੇ ਇੱਕ ਗਾਣਾ ਇੰਨੇ ਵੱਡੇ ਪੱਧਰ ਦੇ ਉੱਤੇ ਚਰਚਿਤ ਹੋ ਜੇ ਵੀ ਬੱਲੇ ਬੱਲੇ ਹੋ ਜੇ। ਬੱਲੇ ਬੱਲੇ ਉਹਦੀ ਸੁਰ ਸਮਝ ਰੱਖਣ ਵਾਲੇ ਲੋਕਾਂ ਦੇ ਅੰਦਰ ਸੀਗੀ, ਪਰ ਮੈਂ ਸੋਚਦਾ ਕਿ ਜੇਕਰ ਉਹ ਰਹਿੰਦਾ ਇਸ ਦੁਨੀਆ ਦੇ ਵਿੱਚ ਤਾਂ ਪਤਾ ਨਹੀਂ ਉਹਦਾ ਕਿੰਨਾ ਕੁ ਵੱਡਾ ਨਾਂ ਹੋ ਜਾਣਾ ਸੀ। ਬਿਲਕੁਲ ਸਹੀ ਗੱਲ ਹੈ। ਔਰ ਇਹਦੇ ਨਾਲ ਹੀ ਟਾਣਾ ਸਾਹਿਬ ਕੁਝ ਇੱਕ ਹੋਰ ਗੱਲਾਂ ਜਿਹੜੀਆਂ ਉਹ ਕਰਨੀਆਂ ਜ਼ਰੂਰ ਬਣਦੀਆਂ ਨੇ ਕਿ ਜੋ ਪੰਜਾਬ ਦੀਆਂ ਸੜਕਾਂ ਦੇ ਹਾਲਾਤ ਨੇ ਇਸ ਵੇਲੇ, ਦੇਖੋ ਤਫਤੀਸ਼ ਚੱਲ ਰਹੀ ਹੈ ਕਿ ਆਖਰਕਾਰ ਇਹ ਐਕਸੀਡੈਂਟ ਕਿਵੇਂ ਹੋਇਆ। ਜਦੋਂ ਬੰਦਾ ਜਹਾਨੋਂ ਤੁਰ ਗਿਆ, ਉਹ ਤਫਤੀਸ਼ ਕਰੋ ਜਾਂ ਨਾ ਕਰੋ, ਉਹਦੀ ਕੋਈ ਤੁਕ ਨਹੀਂ ਬਣਦੀ। ਕਿਸੇ ਦੇ ਵਿੱਚ ਕਸੂਰ ਕੱਢ ਦਿਓ। ਹੁਣ ਦੇਖੋ ਮੰਨਿਆ ਜਾ ਰਿਹਾ ਵੀ ਉਹਦੀ ਗੱਡੀ ਆ ਜਿਹੜੀ ਉਹ ਕਿਸੇ ਗੱਡੀ ਦੇ ਵਿੱਚ ਟਕਰਾਈ ਆ,
ਪਰ ਉੱਥੇ ਗੱਡੀ ਕੋਈ ਨਹੀਂ, ਆਪਾਂ ਕੀ ਕਹੀਏ ਵੀ ਟਰਾਲੇ ਦੇ ਵਿੱਚ ਟਕਰਾਈ ਆ, ਜੀ ਉਹੀ ਕਾਰ ਦੇ ਵਿੱਚ ਵੱਜੀ ਆ। ਮਤਲਬ ਚਲੋ ਜੋ ਵੀ ਗੱਲਾਂ ਨੇ, ਤਫਤੀਸ਼ ਚੱਲ ਰਹੀ ਹੈ, ਹਾਲੇ ਪੋਸਟਮਾਰਟਮ ਹੋ ਰਿਹਾ ਹੈ, ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹਲੇ ਹੌਲੀ ਹੌਲੀ ਭੇਤ ਸ਼ਾਇਦ ਖੁੱਲ ਜਾਣ। ਸ਼ਾਇਦ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਜਹਾਨੋਂ ਜਾਣ ਵਾਲਾ ਚਲਾ ਗਿਆ, ਉਹਦੇ ਨਾਲ ਹੀ ਕਈ ਰਾਜ਼ ਚਲੇ ਗਏ। ਇਹ ਕਿਸੇ ਨੂੰ ਜੋ ਅਸਲੀਅਤ ਹੈ ਉਹ ਸ਼ਾਇਦ ਪਤਾ ਨਹੀਂ ਲੱਗੂਗੀ, ਹੈ ਨਾ। ਪਰ ਇਹਦੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਪੰਜਾਬ ਦੀਆਂ ਸੜਕਾਂ ਦੇ ਜੋ ਇਸ ਵੇਲੇ ਹਾਲਾਤ ਹੈਗੇ ਨੇ ਨਾ, ਤੇ ਜੋ ਸਾਡੇ ਲੋਕਾਂ ਦੇ ਵੀ ਹਾਲਾਤ ਨੇ, ਲੋਕਾਂ ਦੇ ਮੈਂ ਇਸ ਲਈ ਕਹਿ ਰਹੀ ਹਾਂ ਕਿ ਅਸੀਂ ਬਹੁਤ ਵਾਰ ਆਪ ਤਾਂ ਹੋ ਸਕਦਾ ਹੈ ਕਿ ਬਹੁਤ ਚੰਗੀ ਤਰ੍ਹਾਂ ਗੱਡੀ ਚਲਾ ਰਹੇ ਹੋਈਏ, ਆਪ ਤਾਂ ਅਸੀਂ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਗੱਡੀ ਚਲਾ ਰਹੇ ਹੋਈਏ, ਪਰ ਕੋਈ ਕਿਵੇਂ ਤੁਹਾਡੇ ਅੱਗੇ ਆ ਜਾਊਗਾ, ਤੁਹਾਡੇ ਨਾਲ ਕਿਹੜਾ ਭਾਣਾ ਵਾਪਰ ਜਾਊਗਾ, ਕੋਈ ਪਸ਼ੂ ਕਿੱਥੇ ਮੋਹਰੇ ਆ ਜਾਊਗਾ ਜਾਂ ਕੀ ਵਾਪਰ ਜਾਣਾ ਸੜਕ ਤੇ, ਤੁਸੀਂ ਕੋਈ ਨਹੀਂ ਜਾਣਦੇ। ਸੋ ਇਸ ਲਈ ਇੱਕ ਤਾਂ ਰਾਤ ਬਰਾਤੇ ਸਫ਼ਰ ਕਰਨ ਤੋਂ ਹਮੇਸ਼ਾ ਗੁਰੇਜ਼ ਕਰਨਾ ਚਾਹੀਦਾ ਹੈ, ਨਾ ਨਿਕਲੋ। ਜੇਕਰ ਬਹੁਤੀ ਕੋਈ ਜ਼ਰੂਰਤ ਨਹੀਂ ਹੈ ਤਾਂ ਘਰ ਦੇ ਅੰਦਰ ਰਹੋ। ਦੂਸਰੀ ਚੀਜ਼ ਇਹ ਹੈ ਕਿ ਤੁਸੀਂ ਹਮੇਸ਼ਾ ਰਾਤ ਨੂੰ ਕਦੇ ਵੀ ਗੱਡੀ ਬਹੁਤੀ ਤੇਜ਼ ਨਾ ਚਲਾਓ, ਚਾਹੇ ਸੜਕ ਖਾਲੀ ਵੀ ਹੋਵੇ ਤਾਂ ਵੀ, ਕਿਉਂਕਿ ਕੋਈ ਪਤਾ ਨਹੀਂ ਕਿ ਕਦੋਂ ਗਾਂ ਮੂਹਰੇ ਆ ਜਾਣੀ ਹੈ, ਕਦੋਂ ਕੋਈ ਹੋਰ ਜਾਨਵਰ ਅੱਗੇ ਆ ਜਾਣਾ ਹੈ, ਕਦੋਂ ਕੀ ਹੋ ਜਾਣਾ ਹੈ। ਇਸ ਲਈ ਬਚਾਅ ਵਿੱਚ ਬਚਾਅ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਪਤਾ ਲੱਗਾ ਜੀ ਕਿ ਜਦੋਂ ਇਹ ਗੱਡੀ ਹਾਦਸਾਗ੍ਰਸਤ ਹੋ ਗਈ, ਉੱਥੇ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਉਹ ਵਿਚਾਰਾ ਹੀ ਪਿਆ ਰਿਹਾ, ਉਹਨੂੰ ਗੱਡੀ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ। ਤੇ ਜਿਹੜੀ ਅਨੰਦਪੁਰ ਸਾਹਿਬ ਤੋਂ ਸੰਗਤ ਆਉਂਦੀ ਆ, ਉਹਦੇ ਵੱਲੋਂ ਹਮਲਾ ਮਾਰਿਆ ਗਿਆ, ਉਹਦੇ ਵੱਲੋਂ ਕੋਸ਼ਿਸ਼ ਕਰਕੇ ਉਹਨੂੰ ਬਾਹਰ ਕੱਢਿਆ ਗਿਆ, ਹਸਪਤਾਲ ਵੀ ਪਹੁੰਚਾਇਆ ਗਿਆ, ਪਰ ਉਦੋਂ ਤੱਕ ਉਹਦੀ ਮੌਤ ਹੋ ਗਈ ਸੀ ਜੀ। ਸੋ ਮੈਨੂੰ ਤਾਂ ਇਹ ਗੱਲ ਕਹਿੰਦੇ ਨੂੰ ਬੜਾ ਦੁੱਖ ਜਿਹਾ ਹੋਈ ਜਾਂਦਾ ਵੀ ਉਹਦੀ ਮੌਤ ਹੋ ਗਈ, ਉਹ ਹੈ ਹੀ ਨਹੀਂ ਇਸ ਦੁਨੀਆ ਦੇ ਉੱਤੇ। ਸਭ ਤੋਂ ਵੱਡੀ ਚੀਜ਼ ਇੱਥੇ ਇੱਕ ਹੋਰ ਦਰਜ ਕਰਨੀ ਬਣਦੀ ਆ, ਉਹ ਇਹ ਹੈ ਟਾਣਾ ਸਾਹਿਬ ਕਿ ਸਾਡੇ ਲੋਕ ਸੜਕ ਦੇ ਉੱਪਰ ਜਦੋਂ ਵੀ ਕੋਈ ਹਾਦਸਾ ਹੋ ਜਾਂਦਾ ਹੈ, ਕੋਈ ਵੀ ਵਿਅਕਤੀ ਏਦਾਂ ਡਿੱਗ ਪੈਂਦਾ ਹੈ, ਸੱਟ ਲੱਗ ਜਾਂਦੀ ਹੈ, ਸਾਡੇ ਲੋਕ ਡਰਦੇ ਨੇ ਉਹਨੂੰ ਚੁੱਕਣ ਲੱਗਿਆ, ਕਿਉਂਕਿ ਉਹਦੇ ਪਿੱਛੇ ਸਾਡਾ ਪੁਲਿਸ ਪ੍ਰਸ਼ਾਸਨ ਵੀ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰ ਜਾਂਦਾ ਹੈ। ਜਿਹੜਾ ਬੰਦਾ ਕਿਸੇ ਨੂੰ ਇਸ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕਰਦਾ, ਸਭ ਤੋਂ ਪਹਿਲਾਂ ਉਂਗਲਾਂ ਉਹਦੇ ਉੱਤੇ ਉੱਠਦੀਆਂ ਨੇ। ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਆਪਾਂ ਇਕੱਠੇ ਸੀਗੇ ਜਦੋਂ ਅਨੀਤਾ ਸਮਾਣਾ ਦੀ ਅਸੀਂ ਇੰਟਰਵਿਊ ਕਰਕੇ ਆਏ ਆ ਪਿਛਲੇ ਦਿਨੀ, ਜਦੋਂ ਅਸੀਂ ਸਾਰੇ ਸਾਥੀ ਗੱਡੀ ਦੇ ਵਿੱਚ ਜਾ ਰਹੇ ਆ ਤਾਂ ਇੱਕ ਸੜਕ ਦੇ ਫੁੱਟਪਾਥ ਦੇ ਉੱਤੇ ਬੰਦਾ ਡਿੱਗਿਆ ਪਿਆ, ਉਹਦੇ ਸਿਰ ਦੇ ਵਿੱਚੋਂ ਲਹੂ ਨਿਕਲ ਰਿਹਾ, ਉਹਦਾ ਮੋਟਰਸਾਈਕਲ ਕਿਤੇ ਪਿਆ। ਹਰਮਨ ਜੀ ਨੇ ਇਹ ਗੱਲ ਕਹੀ ਵੀ ਗੱਡੀ ਮੋੜ ਕੇ ਆਪਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਆ। ਜਦੋਂ ਉਹਦੀ ਮਦਦ ਕਰਨ ਦੇ ਲਈ ਉੱਥੇ ਪਹੁੰਚੇ ਤਾਂ ਉਸ ਬੰਦੇ ਨੇ ਨਸ਼ਾ ਪੱਤਾ ਕੀਤਾ ਹੋਇਆ ਸੀਗਾ। ਉਹ ਬੰਦਾ ਮਿੰਟ ਦੇ ਬਾਅਦ ਬਿਆਨ ਬਦਲ ਰਿਹਾ, ਕਦੇ ਤਾਂ ਕਹਿ ਰਿਹਾ ਕਿ ਮੈਂ ਪਰਲੇ ਪਾਸੇ ਜਾ ਰਿਹਾ ਸੀਗਾ, ਮੇਰੇ ਵਿੱਚ ਕਿਸੇ ਨੇ ਗੱਡੀ ਮਾਰੀ, ਕਦੇ ਉਹ ਕਹਿੰਦਾ ਸੀ ਮੈਂ ਇਧਰਲੇ ਪਾਸੇ ਆ ਰਿਹਾ ਸੀ, ਮੇਰਾ ਸੰਤੁਲਨ ਵਿਗੜ ਗਿਆ, ਮੈਂ ਦਰਖਤ ਦੇ ਵਿੱਚ ਵੱਜਿਆ, ਕਦੇ ਉਹ ਕਹਿੰਦਾ ਜੀ ਕਿ ਮੇਰੀ ਫਲਾਣੇ ਦੇ ਨਾਲ ਸ਼ਰੀਕੇਬਾਜ਼ੀ ਆ, ਉਹਨਾਂ ਨੇ ਆ ਕੇ ਮੈਨੂੰ ਕੁੱਟਿਆ, ਜਦ ਕਿ ਉਹ ਨਸ਼ੇ ਦੇ ਵਿੱਚ ਰੱਜਿਆ ਸੀ। ਉਹਦੇ ਟੱਬਰ ਦੇ ਜੀਆਂ ਨੂੰ ਉਹਦੇ ਮੋਬਾਈਲ ਤੋਂ ਫੋਨ ਕੀਤੇ, ਫਿਰ ਪੁਲਿਸ ਨੂੰ ਫੋਨ ਕੀਤਾ, ਪੁਲਿਸ ਮੌਕੇ ਦੇ ਉੱਤੇ ਪਹੁੰਚੀ, ਉਹਨੇ ਮੈਨੂੰ ਵੱਧ ਪੁੱਛਿਆ ਇਸ ਕਰਕੇ ਵੀ ਕਿਤੇ ਤੁਸੀਂ ਤਾਂ ਨਹੀਂ ਸੱਟ ਮਾਰਤੀ ਹੁੰਦੀ। ਜੀ ਉਹਨਾਂ ਨੇ ਸ਼ਰਿਆਮ ਇਹ ਗੱਲ ਕਹੀ ਵੀ ਕਿ ਤੁਸੀਂ ਤਾਂ ਨਹੀਂ ਮਾਰ ਦਿੱਤਾ, ਵੀ ਜੇਕਰ ਇੱਕ ਗੱਲ ਹੈ ਕਿ ਅਸੀਂ ਮਾਰਿਆ ਹੁੰਦਾ ਤਾਂ ਅਸੀਂ ਕਿਉਂ ਫੋਨ ਕਰਨਾ ਸੀ, ਹੈ ਨਾ। ਸੋ ਬਹੁਤ ਸਾਰੇ ਹੋਰ ਕਾਰਨ ਨੇ ਟਾਣਾ ਸਾਹਿਬ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ, ਲੋਕ ਡਰਦੇ ਨੇ, ਇਸ ਲਈ ਕੋਈ ਵੀ ਕਿਸੇ ਦੀ ਮਦਦ ਦੇ ਲਈ ਅੱਗੇ ਨਹੀਂ ਆਉਂਦਾ। ਸੋ ਥੋੜਾ ਜਿਹਾ ਰਵੱਈਆ ਵੀ ਤਾਂ ਬਦਲਣ ਦੀ ਲੋੜ ਹੈ, ਰਵੱਈਆ ਬਦਲਣਾ ਚਾਹੀਦਾ, ਸੋਚ ਬਦਲਣੀ ਚਾਹੀਦੀ ਹੈ, ਮਦਦ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ, ਪਰ ਜਿਹੜਾ ਵੀ ਕਿਤੇ ਮਦਦ ਕਰੇ ਉਹਨੂੰ ਖੱਜਲ ਨਹੀਂ ਕਰਨਾ ਚਾਹੀਦਾਗਾ। ਦੇਖੋ ਅਸੀਂ ਮੁੱਢਲੀ ਪੜਤਾਲ ਕਰੀਏ, ਪਰ ਇਹ ਗੱਲ ਸੱਚੀ ਆ ਵੀ ਜਿਹੜਾ ਕਿਸੇ ਨੂੰ ਕੁੱਟ ਮਾਰ ਕੇ ਉਹ ਖੜਦਾ ਨਹੀਂਗਾ, ਬੰਦਾ ਭੱਜ ਜਾਂਦਾ। ਜੇ ਕਿਸੇ ਨੇ ਫੇਟ ਮਾਰੀ ਹੋਵੇ ਬੰਦਾ ਨੇਰੀ ਠਾ ਜਾਂਦਾ, ਪਰ ਉੱਥੇ ਕੋਈ ਖੜਦਾ ਨਹੀਂਗਾ। ਇਸ ਕਰਕੇ ਮਦਦ ਕਰਨ ਵਾਲਿਆਂ ਨੂੰ ਜੇਕਰ ਖੱਜਲ ਕੀਤਾ ਜਾਊਗਾ ਫਿਰ ਬੰਦਾ ਖੜਦਾ ਨਹੀਂਗਾ। ਅਗਲਾ ਕਹਿੰਦਾ ਨਾ ਬੰਦਾ ਮਰਦਾ, ਯਾਰ ਮੈਂ ਆਪ ਥੋੜੀ ਮਰਨਾ ਚਾਹੁੰਦਾ ਜੀ। ਇਸ ਕਰਕੇ ਆਪਾਂ ਨੂੰ ਰਵੱਈਆ ਸਹੀ ਕਰਨਾ ਚਾਹੀਦਾ। ਬਿਲਕੁਲ। ਜੱਜ ਦਾ ਵਿਚਾਰ। ਟਾਣਾ ਸਾਹਿਬ ਇਸ ਵੇਲੇ ਕਿਸਾਨੀ ਸੰਘਰਸ਼ ਸਿਖਰਾਂ ਦੇ ਉੱਪਰ ਹੈ ਔਰ ਬਹੁਤ ਤਰ੍ਹਾਂ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆਉਂਦੀਆਂ ਨੇ। ਇਸ ਵੇਲੇ ਜਿਹੜੀ ਤਾਜ਼ਾ ਖਬਰ ਸਾਹਮਣੇ ਆਈ ਹੈ ਉਹ ਲੱਖੇ ਸਿਧਾਣੇ ਨਾਲ ਜੁੜੀ ਹੋਈ ਹੈ। ਇਹ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ, ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਥੋੜੇ ਦਿਨਾਂ ਨੂੰ ਲੱਖਾ ਸਿਧਾਣਾ ਦੁਬਾਰਾ ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਤੇ ਉਸ ਜਗ੍ਹਾ ਦੇ ਉੱਪਰ ਉਸੇ ਤਰੀਕੇ ਦੇ ਨਾਲ ਦੁਬਾਰਾ ਤੋਂ ਆਪਣੇ ਸਾਥੀਆਂ ਸਮੇਤ ਉਹਨਾਂ ਬਰੂਹਾਂ ਦੇ ਉੱਪਰ, ਉਹਨਾਂ ਬਾਰਡਰਾਂ ਦੇ ਉੱਪਰ ਪਹੁੰਚੇ ਜਿਵੇਂ ਉਹ ਪਹਿਲਾਂ ਉੱਥੇ ਸੀ। ਦੇਖੋ ਇੱਕ ਤਾਂ ਗੱਲ ਇਹ ਹੈ ਵੀ ਬਹੁਤ ਸਾਰੇ ਕਿਸਾਨ ਆਗੂਆਂ ਦੇ ਉੱਤੇ ਇਸ ਵਕਤ ਪਰਚੇ ਦਰਜ ਆ, ਜਿਵੇਂ ਉਹਨਾਂ ਦੇ ਉੱਤੇ ਪਰਚੇ ਦਰਜ ਆ ਉਵੇਂ ਲੱਖਾ ਸਿਧਾਣਾ ਦੇ ਉੱਤੇ ਵੀ ਪਰਚੇ ਦਰਜ ਆ। ਜੇਕਰ ਉਹ ਪ੍ਰਚਾਰ ਕਰ ਸਕਦੇ ਆ ਕਿਸਾਨੀ ਦੇ ਹੱਕ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ, ਉਵੇਂ ਲੱਖਾ ਸਿਧਾਣਾ ਵੀ ਇਹਦਾ ਮਤਲਬ ਪ੍ਰਚਾਰ ਕਰ ਸਕਦਾ ਤੇ ਲੱਖੇ ਸਿਧਾਣੇ ਦੇ ਨਾਲ ਵਿਚਾਰਧਾਰਕ ਤੌਰ ਦੇ ਉੱਤੇ 100 ਮਤਭੇਦ ਹੋ ਸਕਦੇ ਆ। ਹੋ ਸਕਦਾ ਕੋਈ ਇੱਕ ਜਣਾ ਲੱਖੇ ਨੂੰ ਪਸੰਦ ਨਾ ਕਰਦਾ ਹੋਵੇ, ਲੱਖਾ ਕਿਸੇ ਨੂੰ ਪਸੰਦ ਨਾ ਕਰਦਾ ਹੋਵੇ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਆਪਾਂ ਅੱਡੋ ਫਾਟੀ ਹੋ ਕੇ ਚੱਲ ਗਏ। ਹੁਣ ਪਤਾ ਲੱਗਾ ਜੀ ਕਿ ਕਿਸਾਨ ਜਥੇਬੰਦੀਆਂ ਦੀ ਆਪਸ ਦੇ ਵਿੱਚ ਮੀਟਿੰਗ ਹੋ ਗਈ ਆ, ਲੱਖੇ ਸਿਧਾਣੇ ਦੇ ਸਾਥੀਆਂ ਦੇ ਨਾਲ ਵੀ ਮੀਟਿੰਗਾਂ ਹੋ ਗਈਆਂ ਤੇ ਬਹੁਤ ਜਲਦ ਲੱਖਾ ਸਿਧਾਣਾ ਜਿਹੜਾ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਉਹਨਾਂ ਮੰਚਾਂ ਦੇ ਉੱਤੇ ਆਊਗਾ। ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਆ ਵੀ ਪੁਲਿਸ ਦੇ ਵਿੱਚ ਜੇਕਰ ਹਿੰਮਤ ਹੈ ਤਾਂ ਇਹਨੂੰ ਫੜ ਕੇ ਦਿਖਾਵੇ। ਬਿਲਕੁਲ ਸਹੀ ਹੈ। ਦੇਖੋ ਇਸ ਵੇਲੇ ਨੌਜਵਾਨੀ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਉੱਪਰ ਲੱਖਾ ਸਿਧਾਣਾ ਦੇ ਮਗਰ ਹੈ। ਨੌਜਵਾਨ
ਕਿਸਾਨ ਜਿਹੜੇ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਲੱਖਾਂ ਸਿਧਾਣਾਂ ਦੇ ਨਾਲ ਖੜੇ ਨੇ। ਸੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਇਹ ਅੰਦੋਲਨ ਸਿਖਰਾਂ ਦੇ ਉੱਪਰ ਸੀ, ਹਾਲਾਂਕਿ ਹੁਣ ਥੋੜੇ ਜਿਹੇ ਕੰਮਕਾਜ ਵੀ ਨੇ, ਵਾਢੀਆਂ ਦਾ ਸੀਜ਼ਨ ਹੈ, ਹੋਰ ਬਹੁਤ ਸਾਰੇ ਕਾਰਨ ਹੈ ਜਿਹਦੇ ਕਰਕੇ ਥੋੜਾ ਜਿਹਾ ਰਸ਼ ਤੱਕ ਘਟਿਆ ਹੈ। ਪਰ ਨਾਲ ਦੀ ਨਾਲ ਇਸ ਵੇਲੇ ਲੋੜ ਹੈ, ਜਿਵੇਂ ਆਪਾਂ ਅਕਸਰ ਕਹਿੰਦੇ ਹੁੰਦੇ ਆ ਕਿ ਸ਼ੁਰੂਆਤ ਸੀ ਉਹ, ਅਸਲ ਦੇ ਵਿੱਚ ਸਾਥ ਦੇਣ ਦੀ ਲੋੜ ਹੁਣ ਹੈ। ਹੁਣ ਸਾਨੂੰ ਜ਼ਰੂਰਤ ਹੈ ਕਿ ਅਸੀਂ ਉੱਥੇ ਜਿਹੜੇ ਕਿਸਾਨ ਬੈਠੇ ਨੇ ਇੰਨੀ ਗਰਮੀ ਦੇ ਵਿੱਚ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ। ਸੋ ਮੈਨੂੰ ਲੱਗਦਾ ਹੈ ਕਿ ਜੇਕਰ ਇਹ ਵਾਪਸੀ ਹੁੰਦੀ ਹੈ ਤੇ ਇਹਦੇ ਨਾਲ ਇੱਕ ਨਵਾਂ ਹੁੰਗਾਰਾ ਜ਼ਰੂਰ ਮਿਲੇਗਾ। ਬਿਲਕੁਲ ਜੀ, ਤੇ ਨਿੱਠ ਕੇ ਇਸ ਵਕਤ ਮੁਕਾਬਲਾ ਕਰਨਾ ਚਾਹੀਦਾ। ਕੇਂਦਰ ਦੀ ਸਰਕਾਰ ਇਹਨਾਂ ਗੱਲਾਂ ਦੇ ਉੱਤੇ ਉਤਰੀ ਹੋਈ ਆ ਕਿ ਅਸੀਂ ਸਾਰੇ ਸਹੀ ਆ ਤੇ ਕਿਸਾਨ ਸਾਰੇ ਗਲਤ ਆ। ਉਹ ਤਾਂ ਇੱਕੋ ਗੱਲ ਕਹੀ ਜਾਂਦੇ ਆ ਕਿ ਜੇਕਰ 2022 ਤੱਕ ਆਮਦਨ ਦੁੱਗਣੀ ਕਰਨੀ ਆ ਤਾਂ ਤਿੰਨੇ ਖੇਤੀ ਕਾਨੂੰਨ ਛੇਤੀ ਲਾਗੂ ਕਰਨੇ ਪੈਣਗੇ, ਤੇ ਕਿਸਾਨਾਂ ਦੀ ਮੰਗ ਮੰਨ ਕੇ ਉਹ ਰਾਜ਼ੀ ਹੀ ਨਹੀਂ। ਉਹ ਤਾਂ ਇੰਨਾ ਕੁਝ ਹੋਣ ਦੇ ਬਾਵਜੂਦ, ਬੀਜੇਪੀ ਦਾ ਇੰਨਾ ਵੱਡਾ ਵਿਰੋਧ ਹੋਣ ਦੇ ਬਾਵਜੂਦ ਇੱਕੋ ਗੱਲ ਕਹੀ ਜਾਂਦੇ ਆ, ਇਹ ਤਾਂ ਗੁੰਮਰਾਹ ਹੋਏ ਹਨ, ਇਹ ਤਾਂ ਗਲਤ ਅਨਸਰ ਹਨ, ਇਹਨਾਂ ਨੂੰ ਪੜਾਇਆ ਗਿਆ ਹੈ, ਇਹ ਗਲਤ ਲੋਕਾਂ ਦੇ ਹੱਥੇ ਚੜੇ ਹੋਏ ਹਨ, ਇਹ ਤਾਂ ਜੀ ਬਾਹਰੋਂ ਪੈਸਾ ਆ ਰਿਹਾ ਹੈ, ਉਹਦੇ ਲਈ ਖਰਚ ਕਰਨ ਵਾਸਤੇ, ਮौज ਮਸਤੀ ਕਰਨ ਵਾਸਤੇ ਬੈਠੇ ਹਨ। ਸੋ ਇਸ ਕਰਕੇ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਆ। ਇੱਕ ਮੈਨੂੰ ਨਾ 2 ਬਾਰਡਰਾਂ ਤੋਂ ਖਬਰਾਂ ਆਈਆਂ ਜਿਹੜੀਆਂ ਉਹ ਮੈਂ ਇਸ ਕਰਕੇ ਸਾਂਝੀਆਂ ਕਰਨ ਲੱਗਾ ਵੀ ਜਿਹੜੇ ਵੀ ਭੈਣਾਂ ਵੀਰ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਬਾਰਡਰਾਂ ਦੇ ਉੱਤੇ ਬੈਠੇ, ਜਾਂ ਜਿਨ੍ਹਾਂ ਨੇ ਬਾਰਡਰਾਂ ਦੇ ਉੱਤੇ ਪਹੁੰਚਣਾ ਜਾਂ ਜਿਨ੍ਹਾਂ ਨੇ ਵਾਪਸ ਆਉਣਾ, ਉਹ ਉੱਥੇ ਥੋੜਾ ਜਿਹਾ ਇਸ ਗੱਲ ਨੂੰ ਯਕੀਨੀ ਬਣਾਉਣ ਵੀ ਕੋਈ ਵੀ ਬੰਦਾ ਨਸ਼ਾ ਪੱਤਾ ਕਰਕੇ ਕਿਸੇ ਨੂੰ ਖੱਜਲ ਨਾ ਕਰੇ। ਬਿਲਕੁਲ। ਜੇ ਬੰਦਾ ਕੋਈ ਵੀ ਨਸ਼ਾ ਪੱਤਾ, ਮੰਨ ਲਓ ਕੋਈ ਉੱਥੇ 100 ਜਣਾ ਕਿਤੇ ਬੈਠਾ, ਉਹਦੇ ਵਿੱਚੋਂ 2 ਜਣੇ ਨਸ਼ਾ ਪੱਤਾ ਕਰਕੇ ਤੇ ਆਪਦਾ ਸਾਰਿਆਂ ਦਾ ਪ੍ਰਭਾਵ ਗੰਧਲਾ ਕਰ ਰਹੇ ਆ, ਤਾਂ ਉੱਥੇ ਦਾਰੂ ਸ਼ਾਰੂ ਤੋਂ ਵੀ ਬਚਣਾ ਚਾਹੀਦਾ, ਕੋਈ ਵੀ ਨਸ਼ਾ ਕਰਨ ਤੋਂ ਬਚਣਾ ਚਾਹੀਦਾ। ਜਿਹੜੇ ਕੰਮ ਦੇ ਲਈ ਅਸੀਂ ਗਏ ਆ ਨਾ, ਸਾਨੂੰ ਉਸ ਕੰਮ ਦੇ ਵੱਲ ਖਿਆਲ ਕਰਨਾ ਚਾਹੀਦਾ। ਇਹਦਾ ਮਤਲਬ ਇਹ ਨਹੀਂ ਵੀ ਲਾਣ ਜੀ ਪੀ ਕੇ ਆਪਾਂ ਕਿਸੇ ਦੇ ਉੱਤੇ ਖੇਡਣੀ ਆ, ਉਹ ਥੋੜਾ ਜਿਹਾ ਗੁਰੇਜ਼ ਕਰੋ ਇਸ ਗੱਲ ਜੀ, ਕਿਉਂਕਿ ਆਪਾਂ ਨੂੰ ਇਸ ਵੇਲੇ ਕੋਈ ਪਤਾ ਨਹੀਂ ਵੀ ਕਿਹੜਾ ਬੰਦਾ ਵਾਕਈ ਸਾਡੇ ਹੱਕ ਦੇ ਵਿੱਚ ਹੈ ਤੇ ਕਿਹੜਾ ਬੰਦਾ ਸਾਡੇ ਖਿਲਾਫ ਖੜਾ ਹੈ। ਸਾਡੇ ਆਪਣੇ ਭੇਸ ਦੇ ਵਿੱਚ ਬਹੁਤ ਸਾਰੇ ਲੋਕ ਉੱਥੇ ਹੋ ਸਕਦਾ ਹੈ ਕਿ ਸਾਡੇ ਬਣ ਕੇ ਫਿਰ ਰਹੇ ਹੋਣ, ਪਰ ਉਹ ਅਸਲ 'ਚ ਸਾਡੇ ਨਾ ਹੋਣ, ਹਨਾ। ਸੋ ਇਸ ਲਈ ਇਹੋ ਜਿਹੇ ਲੋਕਾਂ ਤੋਂ ਥੋੜਾ ਜਿਹਾ ਪਾਸੇ ਹੋਣ ਦੀ ਲੋੜ ਹੈ, ਗੁਰੇਜ਼ ਕਰਨ ਦੀ ਲੋੜ ਹੈ। ਕਿਤੇ ਵੀ ਹੁੰਦੇ ਆ ਤੇ ਉਹਨਾਂ ਲੋਕਾਂ ਨੂੰ ਆਪਾਂ ਹੀ ਸਹੀ ਕਰਨਾ, ਉਹਨਾਂ ਲੋਕਾਂ ਨੂੰ ਆਪਾਂ ਹੀ ਸਮਝਾਉਣਾ। ਜੇ ਮੰਨ ਲਓ ਮੈਂ ਆਪਣੇ ਦੋਸਤਾਂ ਦੀ ਢਾਣੀ ਦੇ ਵਿੱਚ ਬੈਠ ਕੇ ਕੋਈ ਦਾਰੂ ਸ਼ਾਰੂ ਪੀ ਕੇ ਗਲਤ ਕੰਮ ਕਰਦਾ ਹੋਵਾਂ ਤੇ ਮੈਂ ਸਾਰੀ ਢਾਣੀ ਨੂੰ ਬਦਨਾਮ ਨਾ ਕਰਾਂ, ਇਸ ਕਰਕੇ ਮੇਰੇ ਦੋਸਤ ਮੈਨੂੰ ਸਮਝਾਉਣ, ਤੇ ਜੇਕਰ ਮੈਂ ਨਹੀਂ ਸਮਝਦਾ ਮੈਨੂੰ ਕਹਿਣ ਵੀ ਚੱਲ ਭਾਈ ਡੰਡੀ ਪੈ ਜਾ, ਆਪਦੇ ਘਰੇ ਜਾ। ਜੇ ਤੂੰ ਸਾਰਿਆਂ ਨੂੰ ਖਰਾਬ ਕਰਨਾ, ਸਾਰਿਆਂ ਦਾ ਅਕਸ ਵਿਗਾੜਨਾ, ਇਸ ਕਰਕੇ ਕੁਝ ਕੁ ਲੋਕ ਹਰ ਥਾਂ ਦੇ ਉੱਤੇ ਹੁੰਦੇ ਆ, ਉਹਨਾਂ ਲੋਕਾਂ ਨੂੰ ਆਪਾਂ ਸਮਝਾਈਏ। ਕਿਉਂਕਿ ਜੇਕਰ ਗੋਦੀ ਮੀਡੀਆ ਨੇ ਇਹੋ ਜਿਹੇ ਲੋਕਾਂ ਦੀਆਂ ਵੀਡੀਓ ਬਣਾ ਲਈਆਂ ਤਾਂ ਲੈਣੇ ਤੇ ਦੇਣੇ ਪੈ ਜਾਣੇ ਆਪਾਂ। ਬਿਲਕੁਲ ਸਹੀ ਗੱਲ ਹੈ। ਜੱਜ ਦਾ ਵਿਚਾਰ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਜੀ, ਆਉਣ ਦਿਓ ਟਾਣਾ ਸਾਹਿਬ। ਦੇਖੋ ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਮੀਡੀਆ ਭਾਰਤ ਦਾ 90% ਦੀ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਆ, ਉਹ ਕਿਹੋ ਜਿਹੀਆਂ ਗੱਲਾਂ ਕਰਦਾ। ਕਿਸਾਨਾਂ ਦੇ ਡਲੇ ਵੱਜਦੇ ਆ, ਇਹ ਮੀਡੀਆ ਕੁਝ ਨਹੀਂ ਕਹਿੰਦਾ। ਕਿਸਾਨਾਂ ਦੇ ਤੰਬੂਆਂ ਨੂੰ ਅੱਗ ਲਾਈ ਜਾਂਦੀ ਆ, ਪਾੜਿਆ ਜਾਂਦਾ, ਹਮਲੇ ਕੀਤੇ ਜਾਂਦੇ ਆ, ਇਹ ਕੁਝ ਨਹੀਂ ਬੋਲਦਾ। ਕਿਸਾਨਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਪੁਲਿਸ ਮਾਰਦੀ ਹੈ, ਇਹ ਕੁਝ ਨਹੀਂ ਬੋਲਦਾ। किसानों ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ये तो गाँव वाले बहुत परेशान है, इनसे ऐसे हैं वैसे हैं, ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੂੜ ਪ੍ਰਚਾਰ ਕਰਦਾ ਕਿਸਾਨਾਂ ਦੇ ਖਿਲਾਫ। ਪਰ ਹੁਣ ਜਦੋਂ ਪੰਜਾਬ ਦੇ ਵਿੱਚ ਬੀਜੇਪੀ ਦੇ ਇੱਕ ਵਿਧਾਇਕ ਦੇ ਉੱਤੇ ਹਮਲਾ ਹੋਇਆ, ਹਾਲਾਂਕਿ ਅਸੀਂ ਇਸ ਹਮਲੇ ਦੀ ਕੱਲ ਵੀ ਨਿਖੇਧੀ ਕੀਤੀ ਸੀ, ਅੱਜ ਫੇਰ ਕਰਦੇ ਹਾਂ। ਇਦਾਂ ਬਿਲਕੁਲ नहीं होना चाहिए। गोदी मीडिया इन्ना क तिल मिलाया, वो कहने जी ये तो किसान है ही नहीं, ये तो गुंडे हैं। अच्छा जी। इन गुंडों ने किया है हमला, इन गुंडों के खिलाफ होनी चाहिए सख्त कार्रवाई। ये गुंडागर्दी पर उतरेंगे इस बात का पहले ही पता था। ਤੁਹਾਨੂੰ ਇਸ ਗੱਲ ਦਾ ਪਤਾ ਨਹੀਂਗਾ ਵੀ ਤੁਹਾਡੇ ਟੀਵੀ ਚੈਨਲ ਜਿਹੜੇ ਉਹ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੇ ਦੇਖਣੇ ਬੰਦ ਕਰਤੇ ਆ। ਤੁਹਾਡੀ ਕਦੇ ਕਦਾਈ ਇੱਕ ਦਾ ਟੋਟਾ ਜਾਂ ਆਉਂਦਾ WhatsApp ਦੇ ਉੱਤੇ, ਉਹ ਵੀ ਤੁਹਾਨੂੰ ਜ਼ਲੀਲ ਕਰਨ ਵਾਸਤੇ ਆਉਂਦਾ। ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਅੰਜਨਾ ਓਮ ਕਸ਼ਪ ਤੇ ਕਈ ਹੋਰ ਜਿਹੜੇ ਟੀਵੀ ਚੈਨਲਾਂ ਦੇ ਪੇਸ਼ਕਾਰ ਆ, ਉਹਨਾਂ ਦੇ ਵੱਲੋਂ ਇਹੋ ਜੀ ਅੱਗ ਉਗਲੀ ਜਾ ਰਹੀ ਹੈ, ਇਹੋ ਜੀਆਂ ਗੱਲਾਂ ਕਰ ਰਹੇ ਆ ਵੀ ਜੇਕਰ ਤੁਸੀਂ ਸੱਚੀ ਮੁੱਚੀ ਨੈਤਿਕ ਤੌਰ ਦੇ ਉੱਤੇ ਇੰਨੇ ਅੰਦਰੋਂ ਸੰਵਰੇ ਹੋਏ ਹੋ, ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਸਮਾਜ ਦੇ ਵਿੱਚ ਕੁਝ ਵੀ ਗਲਤ ਨਾ ਹੋਵੇ, ਤਾਂ ਹੋ ਤਾਂ ਫਿਰ ਕਿਸਾਨਾਂ ਨਾਲ ਵੀ ਗਲਤ ਰਿਹਾ, ਉਦੋਂ ਕਿਉਂ ਨਹੀਂ ਬੋਲਦੇਗੇ? ਨਹੀਂ ਟਾਣਾ ਸਾਹਿਬ, ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਡਲੇ ਕਿਹੜਾ ਕਿਸਾਨਾਂ ਤੇ ਵਰੇ ਨਹੀਂ ਸੀ, ਉਦੋਂ ਕਿਸਾਨਾਂ ਦੇ ਨਾਲ ਗੁੰਡਾਗਰਦੀ ਕਿਹੜਾ ਨਹੀਂ ਸੀ ਹੋਈ। ਉਦੋਂ ਅੰਜਨਾ ਓਮ ਕਸ਼ਪ ਹੋਰੀ ਕਿੱਥੇ ਸੀ ਜਾਂ ਬਾਕੀ ਗੋਦੀ ਮੀਡੀਆ ਕਿੱਥੇ ਸੀ? ਉਦੋਂ ਇਹਨਾਂ ਨੇ ਉਧਰਲੇ ਵਾਲੇ ਬੰਨੇ ਕੈਮਰਾ ਹੀ ਨਹੀਂ ਕੀਤਾ। ਸ਼ਰੇਆਮ ਇਹ ਵੀਡੀਓਜ਼ 26 ਜਨਵਰੀ ਦੇ ਮੌਕੇ ਵੀ ਸਾਹਮਣੇ ਆਈਆਂ, ਜਿੱਥੇ ਆਮ ਲੋਕਾਂ ਦੇ ਨਾਲ ਕੁੱਟਮਾਰ ਹੋ ਰਹੀ ਸੀ, ਤੇ ਉੱਥੇ ਇਹੀ ਗੋਦੀ ਮੀਡੀਆ ਦੇ ਜਿਹੜੇ ਚੈਨਲਸ ਨੇ, ਉਹਨਾਂ ਦੇ ਵੱਲੋਂ ਚੱਲਦੇ ਲਾਈਵ ਦੇ ਵਿੱਚ ਕਿਹਾ ਗਿਆ ਸੀ ਨਹੀਂ ਉਧਰ ਕੈਮਰਾ ਨਾ ਘਮਾਇਓ, ਦੂਜੇ ਵਾਲੇ ਬੰਨੇ ਹੀ ਰੱਖੋ। ਸੋ ਉਦੋਂ ਆਪਾਂ ਮਤਲਬ ਸਾਡੀ ਪੱਤਰਕਾਰਤਾ ਕਿੱਥੇ ਸੀ? ਉਦੋਂ ਆਪਾਂ ਕਿੱਥੇ ਸੀ? ਅਸੀਂ ਨੈਤਿਕ ਤੌਰ ਤੇ ਉਦੋਂ ਕਿਉਂ ਡਿੱਗ ਗਏ ਸੀ? ਸਭ ਤੋਂ ਵੱਡੀ ਗੱਲ ਇਹ, ਦੇਖੋ ਮਾੜਾ ਕਿਸੇ ਨਾਲ ਵੀ ਹੋਵੇ ਉਹ ਗਲਤ ਆ। ਜੇਕਰ ਆਪਾਂ ਇਹ ਕਹਿੰਦੇ ਆ ਜੇ ਕਿਸੇ ਪੱਤਰਕਾਰ ਨਾਲ ਹੋਵੇ ਉਹ ਵੀ ਗਲਤ ਆ, ਜੇ ਕਿਸੇ ਟੀਵੀ ਚੈਨਲ ਨਾਲ ਹੋਵੇ ਉਹ ਵੀ ਗਲਤ ਆ, ਕਿਸਾਨ ਨਾਲ ਹੋਵੇ ਉਹ ਵੀ ਗਲਤ ਆ, ਵਪਾਰੀ ਨਾਲ ਹੋਵੇ ਉਹ ਵੀ ਗਲਤ ਆ, ਨੇਤਾ ਨਾਲ ਹੋਵੇ ਉਹ ਵੀ ਗਲਤ ਆ। ਬਿਲਕੁਲ। ਸੋ ਤੁਸੀਂ ਅੱਖਾਂ ਤਾਂ ਖੋਲ ਕੇ ਰੱਖੋ ਨਾ, ਗਲਤ ਨੂੰ ਗਲਤ ਕਹੋ, ਸਹੀ ਨੂੰ ਸਹੀ ਕਹੋ। ਤੁਸੀਂ ਹੁਣ ਕਹਿੰਦੇ ਹੋ ਕਿ ਪਤਾ
ਹੈ ਇਹ ਤਾਂ ਗੁੰਡੇ ਸੀ, ਇਹ ਤਾਂ ਇੱਕ ਦਿਨ ਇਦਾਂ ਹੋਣਾ ਹੀ ਸੀ। ਜੇ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਇਦਾਂ ਹੋਣਾ ਹੀ ਸੀ ਤੇ ਫਿਰ ਤੁਸੀਂ ਉਹ ਦਿਨ ਹੀ ਕਿਉਂ ਆਉਣ ਦਿੱਤਾ? ਉਹ ਕਿਹੜਾ ਉੱਥੇ ਬਹਿਣ ਨੂੰ ਤਿਆਰ ਬੈਠੇ ਨੇ, ਉਹ ਤਾਂ ਵਾਪਸ ਆਪਣੇ ਘਰਾਂ ਨੂੰ ਆਉਣਾ ਚਾਹੁੰਦੇ ਨੇ। ਤੁਸੀਂ ਮਸਲਾ ਹੱਲ ਕਰਵਾਓ ਤੇ ਉਹ ਵਾਪਸ ਆ ਜਾਣਗੇ। ਬਿਲਕੁਲ, ਨਾਲੇ ਤੁਸੀਂ ਤਾਂ ਉਹਨਾਂ ਦੇ ਧੂਤੂ ਬਣ ਕੇ ਵਿਚਰ ਰਹੇ ਆ, ਤੁਸੀਂ ਬੁਲਾ ਰਹੇ ਆ ਉਹਨਾਂ ਦੇ, ਨਾ ਕਿ ਤੁਸੀਂ ਨਿਰਪੱਖ ਤਰੀਕੇ ਨਾਲ ਕੰਮ ਕਰਨ ਵਾਲੇ ਆ। ਤੇ ਜੇਕਰ ਤੁਸੀਂ ਬੁਲਾ ਰਹੇ ਆ ਤਾਂ ਫਿਰ ਸਿਰਫ ਆਪਣੀ ਇਸ਼ਤਿਹਾਰਬਾਜ਼ੀ ਲਈ ਕੰਮ ਨਾ ਕਰੋ। ਮਨੁੱਖ ਹੋਣ ਦੇ ਨਾਤੇ, ਪੱਤਰਕਾਰ ਹੋਣ ਦੇ ਨਾਤੇ ਫਰਜ਼ ਵੀ ਆਪਣੇ ਪੂਰੇ ਕਰੋ। ਤੁਸੀਂ ਉੱਥੋਂ ਹੀ ਲੰਗਰ ਖਾ ਕੇ ਤੇ ਉਸੇ ਲੰਗਰ ਨੂੰ ਨਿੰਦਣ ਬਹਿ ਜਾਂਦੇ ਹੋ। ਤੁਸੀਂ ਉੱਥੇ ਹੀ ਉਹਨਾਂ ਕੋਲੋਂ ਪਾਣੀ ਪੀ ਕੇ ਤੇ ਉਹੀ ਪਾਣੀ ਪੀ ਪੀ ਕੇ ਉਹਨਾਂ ਨੂੰ ਨਿੰਦਦੇ ਹੋ। ਇਹ ਕਿੱਥੋਂ ਦੀ ਸਿਆਣਪ ਹੋਈ ਬਈ? ਮੈਂ ਅੰਜਨਾ ਓਮ ਕਸ਼ਪ ਦੇ ਨਾਲ ਇੱਕ ਦਿਨ ਰਾਕੇਸ਼ ਟਕੈਤ ਹੋਰਾਂ ਦੀ ਇੰਟਰਵਿਊ ਦੇਖੀ ਜੀ। ਉਹ ਬੜੇ ਤਿੱਖੇ ਸਵਾਲ ਕਰ ਰਹੀ बीबी। वो कही देखिए 26 जनवरी को आपके लोगों ने कोहराम मचाया, 26 जनवरी को आप आतंकवादी बने, 26 जनवरी को आपने कोहराम मचाकर लोगों का जीना दुभर किया। वो अगो एको गल कही जाते हैं, आप ये बताइए ना MSP की गारंटी कब मिलेगी, आप ये बताइए ये क्यों हो रहा है। ਉਹ ਕਹਿੰਦੀ ਆਪ ਮੁਝੇ ਇਹ ਬਤਾਈਏ। ਉਹ ਕਹਿੰਦੇ ਨਾ ਪਹਿਲਾਂ ਤੂੰ ਇਹ ਬਤਾ ਮੈਨੂੰ ਵੀ ਭਾਈ ਅਸੀਂ ਗਲਤ ਕਿੱਥੇ ਆ। ਜੇਕਰ ਕੁਝ ਕੁ ਲੋਕ ਗਏ ਆ ਲਾਲ ਕਿਲੇ ਦੇ ਵੱਲ ਤਾਂ ਤੁਸੀਂ ਸਾਰਿਆਂ ਨੂੰ ਮਾੜਾ ਕਹਿੰਦੇ ਆ। ਲਾਲ ਕਿਲੇ ਦੇ ਵੱਲ ਜਾ ਕੇ ਕਿਸੇ ਨੇ ਝੰਡੇ ਦਾ, ਤਿਰੰਗੇ ਦਾ ਅਪਮਾਨ ਨਹੀਂ ਕੀਤਾ ਜੀ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਸੀ ਟੈਣਾ ਸਾਹਿਬ ਕਿ ਕੋਈ ਕਿਸਾਨ ਆਗੂ ਦਿਖਿਆ ਉੱਥੇ? ਜੇ ਨਹੀਂ ਦਿਖਿਆ ਤੇ ਕਿਸਾਨ ਆਗੂ ਨੂੰ ਉਸ ਬਾਰੇ ਸਵਾਲ ਕਰਨਾ ਹੀ ਗਲਤ ਆ ਨਾ। ਸਭ ਤੋਂ ਵੱਡੀ ਚੀਜ਼ ਅੰਜਨਾ ਓਮ ਕਸ਼ਪ ਹੋਰੀ ਬਾਕੀ ਸਵਾਲ ਤਾਂ ਕਰਦੇ ਨੇ, ਉਹ ਇਹ ਸਵਾਲ ਤਾਂ ਕਰਦੇ ਨਹੀਂ ਕਿ ਲਾਲ ਕਿਲਾ ਡਾਲਮੀਆ ਗਰੁੱਪ ਦੇ ਕੋਲ ਗਿਰਵੀ ਕਿਉਂ ਰੱਖਿਆ ਹੋਇਆ। ਨਾਲੇ ਇੱਕ ਹੋਰ ਕਮਾਲ ਦੀ ਗੱਲ ਹੈ, ਜਦੋਂ ਟਕੈਤ ਹੋਰਾਂ ਨੇ ਇਹ ਗੱਲ ਕਹੀ ਨਾ ਵੀ ਸਾਨੂੰ ਪਤਾ ਤੁਹਾਡੀਆਂ ਕਈ ਮਜਬੂਰੀਆਂ, ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਨੀਆਂ, ਤੁਹਾਨੂੰ ਜੋ ਪਿੱਛੋਂ ਲਿਖ ਕੇ ਆਇਆ ਬੋਲਣਾ, ਫਿਰ ਉਹ ਹੋਰ ਤੱਤੀ ਹੋ ਜਾਂਦੀ ਹੈ। आप ऐसे कैसे कह रहे हो, आपको तो हमने बहुत सारा कवरेज की है, आपको ऐसे किया है। वो कहना मुझे ये भी पता है 12-13 घंटे आपने इस बात की उड़ीक की कि अभी अभी टकैत को गिरफ्तार किया जाएगा। ਤੁਸੀਂ ਤਾਂ ਕੈਮਰੇ ਫਿੱਟ ਕਰੀ ਬੈਠੇ ਸੀ ਜੀ। ਨਾਲੇ ਉਦੋਂ ਤੁਹਾਡੇ ਕੈਮਰੇ ਕਿੱਥੇ ਸੀ ਜਦੋਂ 26 ਜਨਵਰੀ ਨੂੰ ਟਰੈਕਟਰਾਂ ਦਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਹੋਇਆ ਸੀ, ਜਦੋਂ ਅਸਲ ਦੇ ਵਿੱਚ ਜਿਹੜੇ ਕਿਸਾਨ ਆਗੂ ਜਿਹੜੇ ਰੂਟ ਤੈਅ ਕੀਤੇ ਗਏ ਸੀ ਉਹਦੇ ਉੱਪਰ ਮਾਰਚ ਕਰ ਰਹੇ ਸੀ, ਉਦੋਂ ਤੁਹਾਡੇ ਕੈਮਰੇ ਕਿੱਥੇ ਸੀ? ਉਦੋਂ ਕੈਮਰੇ ਘੱਟ ਪੈ ਗਏ ਸੀ, ਐਂਕਰ ਘੱਟ ਪੈ ਗਏ ਸੀ, ਹੋਰ ਕੋਈ ਕਮੀ ਆ ਗਈ ਸੀ ਉਹ ਦੱਸ ਦਿਓ। ਉਦੋਂ ਤੁਸੀਂ ਸਾਰੇ ਚੁੱਪ ਕੀਤੇ ਰਹੇ। ਜਿੱਥੇ ਮਾੜਾ ਜਿਹਾ ਤੁਹਾਨੂੰ ਪਤਾ ਲੱਗਿਆ ਵੀ ਮਾਹੌਲ ਵਿਗੜ ਰਿਹਾ, ਤੁਹਾਡੇ ਐਂਕਰ ਵੀ ਪਹੁੰਚ ਗਏ, ਕੈਮਰਾਮੈਨ ਵੀ ਪਹੁੰਚ ਗਏ, ਉੱਥੇ ਫਟ ਤੁਸੀਂ ਕਵਰੇਜ ਵੀ ਕਰਨ ਲੱਗ ਗਏ। ਕਿਉਂ ਬਈ? ਮੇਰੀ ਬੇਨਤੀ ਆ ਬੇਗੈਰਤਾਂ ਨੂੰ ਵੀ 300 ਦੇ ਕਰੀਬ ਕਿਸਾਨ ਆ ਜਿਹੜੇ ਉਹ ਸ਼ਹੀਦ ਹੋ ਚੁੱਕੇ ਆ। ਚਲੋ ਤੁਸੀਂ ਇਹ ਕਹਿੰਦੇ ਆ ਨਾ ਵੀ ਮਰ ਗਏ ਆ, ਤੁਸੀਂ ਇਹ ਗੱਲ ਕਹਿੰਦੇ ਅਸੀਂ ਕਹਿੰਦੇ ਸ਼ਹੀਦ ਹੋ ਗਏ ਆ, ਪਰ ਜਹਾਨੋਂ ਤੁਰ ਗਏ ਆ। ਤੁਸੀਂ ਉਹਨਾਂ ਦੇ ਬਾਰੇ ਅੱਜ ਤੱਕ ਕਿੰਨੇ ਕੁ ਵਾਰ ਬੋਲਿਆ? ਜਦੋਂ ਕੇਂਦਰੀ ਮੰਤਰੀ ਇਹ ਗੱਲ ਕਹਿੰਦੇ ਆ ਵੀ ਸਾਨੂੰ ਤਾਂ ਗਿਣਤੀ ਵੀ ਨਹੀਂ ਪਤਾ, ਆਪਾਂ ਤਾਂ ਮੀਡੀਆ ਵਾਲੇ ਆ, ਹਰ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ, ਤੁਸੀਂ ਗਿਣਤੀ ਕਰਕੇ ਦੱਸ ਦਿਓ ਵੀ ਇੰਨੇ ਆ। ਨਾਲੇ ਸਭ ਤੋਂ ਵੱਡੀ ਚੀਜ਼ ਇੱਕ ਇਹ ਹੈ ਟਾਣਾ ਸਾਹਿਬ, ਗੋਦੀ ਮੀਡੀਆ ਨੂੰ ਮੈਂ ਇੱਕ ਸਵਾਲ ਕਰਨਾ ਚਾਹੁੰਦੀ ਆ ਕਿ ਅੱਗੇ ਕਿਤੇ ਕੋਈ ਵੀ ਭਾਣਾ ਕਿਤੇ ਵੀ ਵਾਪਰ ਜੇ, ਤੁਸੀਂ ਵਾਲ ਦੀ ਖੱਲ ਉਧੇੜਦੇ ਹੋ, ਤੁਸੀਂ ਵਾਰ-ਵਾਰ ਉਸ ਬੰਦੇ ਦਾ ਚਿਹਰਾ ਦਿਖਾ ਕੇ ਨਾ, ਜੇ ਕਿਤੇ ਕੋਈ ਵਿਰੋਧੀਆਂ ਦੇ ਨਾਲ ਜੁੜਿਆ ਹੋਇਆ ਹੋਵੇ ਤੇ ਕੋਈ ਕਿਤੇ ਹਿੰਸਾ ਕਰ ਆਵੇ ਤਾਂ ਤੁਸੀਂ ਉਹਦਾ ਚਿਹਰਾ ਦਿਖਾ ਕੇ ਐਰੋ ਬਣਾ ਕੇ ਕਹਿੰਦੇ ਹੁੰਦੇ ਧਿਆਨ ਸੇ ਦੇਖੀਏ ये है वो शख्स, ये है वो शख्स। जिन्हां लोकां ने किसानां दे उपर पत्थरबाजी कीती सी उन्हां बारे भी सोशल मीडिया दे उपर बहुत सारे खुलासे होए सी। उदों तुहाडे एरो ते ओ जेड़े गोले तुसीं बना भेजदे हुंदे, उदों ओ कित्थे सी? उदों भी कहंदे ध्यान से देखिए ये शख्स ये है, इस पार्टी से जुड़े हुए हैं। बिल्कुल सही। जज दा विचार। ਟਾਣਾ ਸਾਹਿਬ ਇੰਡੀਅਨ ਐਕਸਪ੍ਰੈਸ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ 100 ਜਿਹੜੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਲੋਕ ਨੇ ਭਾਰਤ ਦੇ, ਉਹ ਉਹਨਾਂ ਦੇ ਨਾਂ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ 88ਵੇਂ ਨੰਬਰ ਦੇ ਉੱਪਰ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦਾ ਨਾਮ। ਇਹ ਦੇਖੋ ਜੀ ਪਹਿਲੀ ਵਾਰ ਹੋਇਆ, ਤੁਸੀਂ ਪਿਛਾਂ ਕਈ ਦਹਾਕਿਆਂ ਵਾਲੇ ਝਾਤੀ ਮਾਰ ਲਓ, ਕਦੇ ਵੀ ਕਿਸੇ ਕਿਸਾਨ ਆਗੂ ਦਾ ਨਾਂ ਭਾਰਤ ਦੇ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਨਹੀਂ ਆਇਆ। ਇਹ ਵੀ ਇਸ ਕਿਸਾਨ ਸੰਘਰਸ਼ ਦੀ ਮੈਂ ਪ੍ਰਾਪਤੀ ਮੰਨਦਾ ਵੀ ਜਿਹੜੇ ਅਗਵਾਈ ਕਰਨ ਵਾਲੇ ਲੋਕ ਆ ਉਹਨਾਂ ਦਾ ਪ੍ਰਭਾਵ ਤੱਕ ਬੋਲਿਆ ਨਾ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਬੂਲਿਆ ਗਿਆ ਤੇ ਹੁਣ ਨੈਸ਼ਨਲ ਮੀਡੀਆ ਦੇ ਵੱਲੋਂ ਇੰਡੀਅਨ ਐਕਸਪ੍ਰੈਸ ਦੇ ਵੱਲੋਂ ਵੀ ਕਬੂਲਿਆ ਗਿਆ। 88ਵੇਂ ਨੰਬਰ ਦੇ ਉੱਤੇ ਜੋਗਿੰਦਰ ਸਿੰਘ ਉਗਰਾਹਾਂ ਆਏ ਆ। ਚਲੋ ਉਹ ਇਹਦੇ ਵਿੱਚ ਨਾਂ ਵੀ ਆਉਂਦੇ ਤਾਂ ਵੀ ਸਾਨੂੰ ਪਤਾ ਹੀ ਆ ਵੀ ਬਹੁਤ ਵੱਡੀ ਜਥੇਬੰਦੀ ਹੈ, ਬਹੁਤ ਨਿੱਗਰ ਕੰਮ ਕਰ ਰਹੀ ਹੈ। ਬਾਕੀ ਸਾਰੀਆਂ ਜਥੇਬੰਦੀਆਂ ਵੀ ਸੋਹਣਾ ਕੰਮ ਕਰ ਰਹੀਆਂ, ਉਹਨਾਂ ਨੂੰ ਡਟ ਕੇ ਰਹਿਣਾ ਚਾਹੀਦਾ ਤੇ ਆਪਸ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਸਾਂਝੇ ਤੌਰ ਦੇ ਉੱਤੇ ਹਮਲੇ ਮਾਰਨੇ ਚਾਹੀਦੇ ਆ। ਪਰ ਇਹਦੇ ਵਿੱਚ ਪਹਿਲੇ ਨੰਬਰ ਤੇ ਕੌਣ ਹੈ ਜੀ? ਨਰਿੰਦਰ ਮੋਦੀ। ਦੂਜੇ ਨੰਬਰ ਤੇ ਕੌਣ ਹੈ? ਅਮਿਤ ਸ਼ਾਹ। ਤੀਜੇ ਨੰਬਰ ਤੇ ਕੌਣ? ਮੋਹਨ ਭਾਗਵਤ। ਚੌਥੇ ਨੰਬਰ ਤੇ ਕੌਣ? JP ਨੱਡਾ। ਪੰਜਵੇਂ ਨੰਬਰ ਤੇ ਕੌਣ? ਅੰਬਾਨੀ। ਇਹਨਾਂ ਨੇ 88ਵਾਂ ਨੰਬਰ ਦੇ ਕਿਵੇਂ ਦਿੱਤਾ? ਮੈਂ ਤਾਂ ਇਸ ਗੱਲ ਮੈਂ ਵੀ ਖੁਦ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਜਦੋਂ ਸਾਰੇ ਪਹਿਲੇ 10-15 ਨੰਬਰ ਤਾਂ ਉਹਨਾਂ ਲੋਕਾਂ ਦੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਸੰਘਰਸ਼ ਕਰ ਰਹੇ ਆ ਤੇ ਫਿਰ ਸਾਨੂੰ 100 ਦੇ ਵਿੱਚ ਕਿਵੇਂ ਰੱਖ ਲਿਆ? ਬਿਲਕੁਲ, ਮੈਂ ਤਾਂ ਇਸ ਗੱਲੋਂ ਹੈਰਾਨ ਹੀ ਹੋ ਗਈ ਵੀ ਇਹਨਾਂ ਨੇ ਨਾਂ ਲਿਖਿਆ ਕਿਵੇਂ ਹੋਊਗਾ, ਕਿੰਨਾ ਵੱਡਾ ਦਿਲ ਤੇ ਪੱਥਰ ਹੋਊਗਾ ਕਿ ਜਦੋਂ ਇਹ ਨਾਂ ਦਰਜ ਕੀਤਾ ਹੋਊਗਾ। ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਇਹ ਕਿ ਜਿਨ੍ਹਾਂ ਦੇ ਪਹਿਲੀਆਂ ਕਤਾਰਾਂ ਦੇ ਵਿੱਚ ਜਿਨ੍ਹਾਂ ਦਾ ਨੰਬਰ ਹੈ ਉਹਨਾਂ ਨੇ ਕੁਝ ਨਹੀਂ ਕਿਹਾ ਹੋਊਗਾ ਵੀ ਇਹਨਾਂ ਦੇ ਨਾਂ ਕਿਵੇਂ ਆ ਗਏ ਇਸ ਸੂਚੀ। ਦੇਖੋ ਇੰਡੀਅਨ ਐਕਸਪ੍ਰੈਸ ਇੱਕ ਬਹੁਤ ਵੱਡਾ ਅਦਾਰਾ, ਉਹਦੇ ਵੱਲੋਂ ਆਪਣੇ ਤਰੀਕੇ ਦੇ ਨਾਲ
ਨਾਲ ਇਹ ਸਾਰਾ ਸਰਵੇਖਣ ਕੀਤਾ ਗਿਆ, ਇਹ ਚੋਣ ਕੀਤੀ ਗਈ ਆ। ਪਰ ਗੱਲ ਇਹ ਅਸਲ ਦੇ ਵਿੱਚ ਜਦੋਂ ਅਸੀਂ ਲੋਕਾਂ ਦੀ ਰਾਏ ਜਾਣਦੇ ਆ, ਲੋਕ ਕਿਵੇਂ ਆ, ਇਹ ਦੇਖੋ ਪ੍ਰਸਿੱਧੀ ਦੇ ਪੱਖ ਤੋਂ, ਲੋਕਾਂ ਦੇ ਵਿੱਚ ਵਿਚਰਨ ਦੇ ਪੱਖ ਤੋਂ, ਫੈਸਲੇ ਲੈਣ ਦੇ ਪੱਖ ਤੋਂ, ਉਹ ਜਿਹੜੇ ਸਰਕਾਰੀ ਨੁਮਾਇੰਦੇ ਆ ਉਹ ਤਾਂ ਵਿੱਚ ਆ ਹੀ ਜਾਂਦੇ ਆ, ਕਿਉਂਕਿ ਫੈਸਲੇ ਲੈਣੇ ਉਹਨਾਂ ਨੇ ਆ, ਭਾਰਤ ਨੂੰ ਚਲਾਉਣਾ ਉਹਨਾਂ ਨੇ ਆ। ਪਰ ਇੱਕ ਪਾਸੇ ਉਹ ਜਥੇਬੰਦੀ ਦਾ ਬੰਦਾ ਜਿਹੜਾ ਨਾ ਤਾਂ ਸਰਕਾਰੀ ਆ, ਨਾ ਉਹਨੂੰ ਕੋਈ ਸਰਕਾਰੀ ਫੰਡਿੰਗ ਆ, ਨਾ ਉਹ ਕਿਸੇ ਰੁਤਬੇ ਦੇ ਉੱਤੇ ਆ, ਪਰ ਫਿਰ ਵੀ ਨਿੱਠ ਕੇ ਕੰਮ ਕਰਨ ਦੇ ਸਦਕਾ ਉਹਨੂੰ ਇੰਨਾ ਵੱਡਾ ਰੁਤਬਾ ਮਿਲਿਆ ਹੈਗਾ। ਬਿਲਕੁਲ। ਔਰ ਜਿਹੜਾ ਉਸ ਪੰਜਾਬ ਤੋਂ ਹੈ ਜਿਹਨੂੰ ਤੁਸੀਂ ਜਿਹੜੀਆਂ ਸਰਕਾਰਾਂ ਨੇ ਉਹ ਭਾਰਤ ਦਾ ਹਿੱਸਾ ਹੀ ਨਹੀਂ ਮੰਨਦੀਆਂ, ਉੜਤਾ ਪੰਜਾਬ ਕਹਿੰਦੇ ਸੀ, ਉਸ ਪੰਜਾਬ ਦੀ ਧਰਤੀ ਤੋਂ ਨੇ ਉਹ। ਸੋ ਖੈਰ ਗੱਲ ਇਹ ਹੈ ਟਾਣਾ ਸਾਹਿਬ ਕਿ ਚਲੋ ਜੇ ਨਾ ਦਰਜ ਹੋਇਆ ਹੈ ਤਾਂ ਮਤਲਬ ਕਿ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਸਾਨੀ ਸੰਘਰਸ਼ ਦੀ, ਕਿਉਂਕਿ ਪਹਿਲੀ ਵਾਰ ਇਦਾਂ ਹੋਇਆ ਹੈ। ਔਰ ਜਿਸ ਤਰੀਕੇ ਦੇ ਨਾਲ ਉਗਰਾਹਾਂ ਜਥੇਬੰਦੀ ਕੰਮ ਕਰ ਰਹੀ ਹੈ ਉਹ ਵੀ ਸੁਣਾਉਣੀ ਹੋ ਗਿਆ। ਉਹਦੇ ਨਾਲ ਜਥੇਬੰਦੀਆਂ ਕੰਮ ਕਰ ਰਹੀਆਂ ਜੀ, ਜਿੰਨੀਆਂ ਵੀ, ਬਿਲਕੁਲ। ਉਹਦੇ ਨਾਲ ਜਿੰਨੀਆਂ ਵੀ ਭਾਰਤ ਦੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ, ਚਾਹੇ ਉਹ ਹਰਿਆਣਾ ਦੀਆਂ ਹੋਣ, ਚਾਹੇ ਉਹ ਪੰਜਾਬ ਦੀਆਂ ਹੋਣ, ਚਾਹੇ ਹੋਰ ਥਾਵਾਂ ਦੀਆਂ ਹੋਣ, ਉਹ ਸਾਰੀਆਂ ਇਸ ਵੇਲੇ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ, ਆਪਣੇ ਹੱਕ ਲੈਣ ਦੇ ਲਈ ਉੱਥੇ ਬੈਠੀਆਂ ਨੇ। ਅਸੀਂ ਤਾਂ ਇਹੀ ਕਹਿੰਦੇ ਆ ਕਿ ਇਹ ਜਿਹੜਾ ਮਸਲਾ ਹੈ ਇਹ ਨੇਪਰੇ ਚੜ੍ਹਨਾ ਚਾਹੀਦਾ, ਇਹਦਾ ਕੋਈ ਨਾ ਕੋਈ ਹੱਲ ਨਿਕਲ ਕੇ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਹੈ, ਕਿਉਂਕਿ ਠੰਡ ਕੱਢਤੀ ਹਨਾ, ਠੰਡ ਦੇ ਵਿੱਚ ਜਿਹੜੇ ਮੀਂਹ ਪਏ ਉਹ ਉੱਥੇ ਕੱਢ ਦਿੱਤੇ, ਹੁਣ ਗਰਮੀ ਦੀ ਸ਼ੁਰੂਆਤ ਹੋ ਗਈ ਹੈ ਤੇ ਕਿੰਨਾ ਔਖਾ ਹੈ। ਅਸੀਂ ਜੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾਈਏ ਨਾ ਤੇ 3 ਕੁ ਦਿਨਾਂ ਬਾਅਦ ਉੱਥੇ ਮਨ ਉਕਤਾ ਜਾਂਦਾ ਵੀ ਨਹੀਂ ਵਾਪਸ ਘਰ ਨੂੰ ਚਲੀਏ। ਆਪਾਂ ਅਕਸਰ ਕਹਿੰਦੇ ਹੁੰਦੇ ਆ ਵੀ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ, ਹਨਾ। ਸੋ ਇਹ ਗੱਲਾਂ ਜਿਹੜੀਆਂ ਨੇ ਅਸੀਂ ਇੱਥੋਂ ਹੀ ਪਤਾ ਲੱਗਦਾ ਅਸੀਂ ਆਪਣੇ ਘਰ ਨੂੰ, ਆਪਣੇ ਪਿੰਡ ਨੂੰ ਕਿੰਨਾ ਪਿਆਰ ਕਰਦੇ ਆ, ਹਨਾ। ਸੋ ਇੰਨੇ ਮਹੀਨੇ ਆਪਣੇ ਘਰ ਤੋਂ ਦੂਰ, ਆਪਣੇ ਪਰਿਵਾਰਕ ਜੀਆਂ ਤੋਂ ਦੂਰ ਕੱਢਣਾ ਕਰਕੇ ਆ, ਆਪਣੇ ਘਰ ਨੂੰ, ਆਪਣੇ ਪਿੰਡ ਨੂੰ, ਆਪਣੇ ਪੰਜਾਬ ਨੂੰ, ਆਪਣੇ ਦੇਸ਼ ਨੂੰ ਪਿਆਰ ਕਰਨ ਕਰਕੇ ਆ ਵੀ ਉਧਰ ਸਾਡੇ ਜਿਹੜੇ ਭੈਣਾਂ ਵੀਰ ਧੀਆਂ ਪੁੱਤ ਗਏ ਆ, ਉਹ ਦਿਹਾੜੀਆਂ ਲਾ ਲਾ ਕੇ ਉਧਰ ਦਿਨ ਰਾਤ ਸ਼ਿਫਟਾਂ ਲਾ ਲਾ ਕੇ ਆਪਦਾ ਵੀ ਖਰਚਾ ਕੱਢਦੇ ਆ, ਟੱਬਰ ਨੂੰ ਵੀ ਭੇਜਦੇ ਆ ਤੇ ਸੰਘਰਸ਼ ਚੱਲਦਾ ਰਹੇ ਇਹਦੇ ਵਿੱਚ ਵੀ ਯੋਗਦਾਨ ਪਾਉਂਦੇ ਆ, ਜਿਹਨੂੰ ਕਿ ਇਹ ਫੰਡਿੰਗ ਕਹਿੰਦੇ ਆ, ਜਿਹਨੂੰ ਕਿ ਕਹਿੰਦੇ ਆ ਜੀ ਕਿ ਇਹ ਤਾਂ ਗਲਤ ਲੋਕਾਂ ਦੇ ਵੱਲੋਂ ਸਾਰਾ ਕੁਝ ਕੀਤਾ ਜਾ ਰਿਹਾ। ਉਹ ਇਸ ਕਰਕੇ ਸਾਰਾ ਕੁਝ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਦੁੱਖ ਹੈ ਇਸ ਗੱਲ ਦਾ ਵੀ ਜਿਹੜੇ ਦੇਸ਼ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਉੱਥੇ ਸਿਸਟਮ, ਉੱਥੇ ਪ੍ਰਬੰਧ ਕਿਹੋ ਜਿਹਾ, ਅਸੀਂ ਜਿਹੜੇ ਦੇਸ਼ ਦੇ ਵਿੱਚੋਂ ਚੱਲ ਕੇ ਆਏ ਆ ਉੱਥੇ ਪ੍ਰਬੰਧ ਕਿਹੋ ਜਿਹਾ। ਔਰ ਸਭ ਤੋਂ ਵੱਡੀ ਚੀਜ਼ ਇਹ ਟਾਣਾ ਸਾਹਿਬ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਗਏ ਆ ਉਹ ਮੁਲਕ ਸਾਨੂੰ ਬਰਾਬਰੀ ਦੇ ਰਹੇ ਨੇ, ਹਰ ਪਾਸੋਂ ਇੱਕੋ ਜਿਹੀਆਂ ਸਾਡੇ ਲਈ ਕਹਿ ਲਓ ਵੀ ਉੱਥੇ ਤਰੀਕਾ ਹੈ, ਵਤੀਰਾ ਹੈ, ਇੱਕੋ ਜਿਹੀਆਂ ਓਪਰਚੁਨਿਟੀਜ਼ ਨੇ ਸਾਡੇ ਲਈ। ਪਰ ਦੂਸਰੇ ਬੰਨੇ ਜਿਹੜੇ ਮੁਲਕ ਦੇ ਵਿੱਚ ਅਸੀਂ ਜੰਮੇ ਪਲੇ ਆ ਉਸ ਮੁਲਕ ਦੇ ਵਿੱਚ ਜਦੋਂ ਗੱਲਾਂ ਰਾਹੀਂ, ਬਿਆਨਾਂ ਰਾਹੀਂ, ਵਤੀਰੇ ਰਾਹੀਂ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਤੇ ਫਿਰ ਦੁੱਖ ਤਾਂ ਹੁੰਦਾ ਹੈ ਨਾ। ਬਿਲਕੁਲ ਜੀ। ਤੇ ਇਸ ਕਰਕੇ ਜਿਹੜੇ ਵੀ ਲੋਕ ਇਸ ਵਕਤ ਘਰੇ ਬੈਠ ਕੇ ਰਾਇਆਂ ਬਣਾ ਰਹੇ ਆ ਵੀ ਸੰਘਰਸ਼ ਦਾ ਕੁਛ ਨਹੀਂ ਬਣਿਆ, ਸੰਘਰਸ਼ ਦਾ ਕੁਛ ਨਹੀਂ ਬਣਨਾ, ਉਹਨਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਤੁਸੀਂ ਉੱਥੇ ਪਹੁੰਚੋ, ਤੁਸੀਂ ਉੱਥੇ 1 ਹਫ਼ਤਾ 4 ਦਿਨ 3 ਦਿਨ ਲਾ ਕੇ ਫਿਰ ਸੱਥ ਦੇ ਵਿੱਚ ਬੈਠ ਕੇ, ਫਿਰ ਘਰ ਦੇ ਵਿੱਚ ਬੈਠ ਕੇ, ਫਿਰ ਪਾਰਕ ਦੇ ਵਿੱਚ ਬੈਠ ਕੇ ਇਹ ਰਾਏ ਦਿਓ ਲੋਕਾਂ ਨੂੰ ਵੀ ਉੱਥੇ ਦੇਖ ਕੇ ਕੀ ਆਏ ਆ। ਜੇਕਰ ਘਰੇ ਬੈਠਿਆਂ ਨੇ ਆਪਾਂ ਰਾਏ ਬਣਾ ਲਈ ਵੀ ਉੱਥੇ ਕੁਛ ਨਹੀਂਗਾ ਤੇ ਜਦੋਂ ਉੱਥੇ ਬਹੁਤ ਕੁਛ ਸੀ ਆਪਾਂ ਉਦੋਂ ਵੀ ਕੁਛ ਨਹੀਂ ਕੀਤਾ, ਜੇ ਹੁਣ ਕਹਿੰਦੇ ਉੱਥੇ ਕੁਛ ਨਹੀਂਗਾ ਪਤਾ ਵੀ ਕੁਛ ਨਹੀਂ ਕੀਤਾ ਤੇ ਆਪਾਂ ਹੈ ਕੌਣ? ਆਪਾਂ ਖਾਲੀ ਰਾਏ ਦੇਣ ਵਾਲੇ ਤੇ ਰਾਏ ਦੇਣੀ ਤੇ ਨਗੋਚ ਕਰਨੀ। ਜੇਕਰ ਪੰਜਾਬੀ ਅਸੀਂ ਬੰਦ ਕਰ ਦਈਏ ਅੱਧੇ ਮਸਲੇ ਹੱਲ ਹੋ ਜਾਣ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਮੈਂ ਨਾ ਕਦੇ ਹੈਰਾਨ ਹੁੰਨਾ, ਪਰੇਸ਼ਾਨ ਵੀ ਹੁੰਨਾ, ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਜਿਹੜੇ ਲੋਕਾਂ ਨੂੰ ਅਸੀਂ ਚੁਣਦੇ ਆ ਉਹਨਾਂ ਦੇ ਮੂੰਹ ਕਿਵੇਂ ਕੁਹਾੜੇ ਨਾਲ ਪਾਟੇ ਆ। ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਵੀ ਨੇਤਾ ਹੋਵੇ, ਵਿਰੋਧੀ ਧਿਰ ਦਾ ਹੋਵੇ, ਸੱਤਾਧਾਰੀ ਧਿਰ ਦਾ ਹੋਵੇ, ਕੋਈ ਮੰਤਰੀ ਹੋਵੇ, ਕੋਈ MLA ਹੋਵੇ, ਕੋਈ ਹੋਰ ਹੋਵੇ, ਉਹ ਕਦੇ ਵੀ ਮਾੜਾ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਕੱਢਦੇ ਕਿਉਂਕਿ ਸਲੀਕੇ ਵਾਲੇ ਲੋਕ ਆ, ਕਿਉਂਕਿ ਉਹ ਸੰਵੇਦਨਸ਼ੀਲ ਲੋਕ ਆ, ਉਹ ਜਜ਼ਬਾਤੀ ਲੋਕ ਆ, ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝਦੇ ਆ ਤੇ ਜੇਕਰ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਗਲਤ ਗੱਲ ਕੀਤੀ ਜਾਊਗੀ ਤਾਂ ਫਿਰ ਉਹਨਾਂ ਨੂੰ ਲੈਣੇ ਤੇ ਦੇਣੇ ਪੈਂਦੇ ਆ, ਫਿਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਹਮੇਸ਼ਾ ਵਾਸਤੇ ਕੱਢਿਆ ਜਾਂਦਾ, ਉਹਦੇ ਅੱਧੇ ਖੁਸ਼ ਜਾਂਦੇ ਆ। ਸਾਡੇ ਇੱਥੇ ਜਿੰਨਾ ਲੁੱਚਾ ਉਹਨਾਂ ਉੱਚਾ ਇਹ ਫਾਰਮੂਲਾ ਚੱਲਦਾ। ਤੁਸੀਂ ਆ ਦੇਖੋ ਵੀ ਜਿਹੜੇ ਹੁਣ ਪੱਛਮੀ ਬੰਗਾਲ ਦੇ ਵਿੱਚ ਜਿਨ੍ਹਾਂ ਨੇ ਕਾਗਜ਼ ਦਾਖਲ ਕੀਤੇ ਆ ਉਹਨਾਂ ਦੇ ਬਾਰੇ ਇੱਕ ਰਿਪੋਰਟ ਆਈ ਆ, ਜਿਨ੍ਹਾਂ ਨੇ ਨਾਮਜ਼ਦਗੀ ਕਾਗਜ਼ ਦੇ ਵਿੱਚ ਭਰਿਆ, ਉਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਉਹ ਦੱਸਦੇ ਆ ਕਿ ਸਾਡੇ ਉੱਤੇ ਫਲਾਣੇ ਅਪਰਾਧਿਕ ਮਾਮਲੇ ਦਰਜ ਆ। ਸੋ ਇੱਥੇ ਚੱਲਦਾ ਇਹ ਕੁਝ ਆ। ਮੈਂ ਹੈਰਾਨ ਹੋ ਗਿਆ, ਇੱਕ LDF ਦਾ ਉਮੀਦਵਾਰ ਆ MM ਮਣੀ, ਉਹਦੇ ਹੱਕ ਦੇ ਵਿੱਚ ਇੱਕ ਸਾਬਕਾ ਸੰਸਦ ਮੈਂਬਰ ਦੇ ਵੱਲੋਂ ਬੋਲਿਆ ਗਿਆ, ਉਹ ਚੋਣ ਪ੍ਰਚਾਰ ਦੇ ਵਿੱਚ ਗਿਆ ਤੇ ਰਾਹੁਲ ਗਾਂਧੀ ਦੇ ਖਿਲਾਫ ਬੋਲ ਕੇ ਆਇਆ। ਅਸੀਂ ਕੋਈ ਕਾਂਗਰਸ ਦੀ ਹਮਾਇਤ ਨਹੀਂ ਕਰਦੇ, ਅਸੀਂ ਗੱਲ ਕਰਦੇ ਆ ਕਿ ਕਿਹੋ ਜੀ ਗੰਦੀ ਸ਼ਬਦਾਵਲੀ ਵਰਤਦੇ ਆ। ਜੇਕਰ ਇਹੋ ਜਿਹੀ ਸ਼ਬਦਾਵਲੀ BJP ਦੇ ਬਾਰੇ ਚ ਕੋਈ ਕਾਂਗਰਸੀ ਬੋਲੇ ਤਾਂ ਉਹ ਵੀ ਗਲਤ ਗੱਲ ਆ ਤੇ ਜੇਕਰ ਕੋਈ ਹੋਰ ਉਮੀਦਵਾਰ ਜਿਹੜਾ ਉਹ ਕਿਸੇ ਬਾਰੇ ਬੋਲੇ ਉਹ ਵੀ ਗਲਤ ਗੱਲ ਆ। ਗਲਤ ਨੂੰ ਗਲਤ ਕਹਿ ਰਹੇ ਆ ਅਸੀਂ। ਸੋ ਇਹ ਜਿਹੜਾ ਸਾਬਕਾ ਸੰਸਦ ਮੈਂਬਰ ਹੈ ਇਹਦਾ ਨਾਮ ਹੈ ਜੋਇਸ ਜਾਰਜ। ਹਾਂ, ਜੋਇਸ ਜਾਰਜ ਨੇ ਇਹ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਇੱਕ ਅਣਵਿਆਹਿਆ ਵਿਅਕਤੀ ਹੈ। ਇਹ ਹੁਣ ਆਉਂਦੇ ਸਮੇਂ ਦੇ ਵਿੱਚ ਸਿਰਫ ਤੇ ਸਿਰਫ ਕੁੜੀਆਂ ਵਾਲੇ ਕਾਲਜਾਂ ਦੇ ਵਿੱਚ ਜਾਊਗਾ, ਇਹ ਕੁੜੀਆਂ ਨੂੰ ਝੁਕਣ ਦਾ ਵੱਲ ਦੱਸੂਗਾ, ਇਹ ਕੁੜੀਆਂ ਨੂੰ ਮਾਸਪੇਸ਼ੀਆਂ ਆਪਣੀਆਂ ਤੋੜਨ ਮਰੋੜਨ ਦੇ ਵੱਲ ਦੱਸੂਗਾ ਤੇ ਇਹ ਅਣਵਿਆਹਿਆ ਹੈਗਾ ਜਿਹੜਾ ਇਹ ਖਤਰਨਾਕ ਸੰਕਟਮਈ ਅਣਵਿਆਹਿਆ ਹੈਗਾ, ਇਹ ਔਰਤਾਂ ਨੂੰ ਖਤਰਾ ਪੈਦਾ ਕਰੂਗਾ। ਇਸ ਕਰਕੇ ਆਪਦੀਆਂ ਔਰਤਾਂ ਬਚਾਓ ਇਹਦੇ ਕੋਲੋਂ।
ਕੀ ਮਾਨਸਿਕਤਾ ਹੈ? ਕੁਲਦੀਪ ਸਿੰਘ ਤੋਂ ਨਾ ਧੀਆਂ ਭੈਣਾਂ ਬਚਾ ਗਏ, ਠੀਕ ਹੈ ਨਾ, ਉਹ ਬੀਜੇਪੀ ਦਾ ਸੀਗਾ। ਸੋ ਪਤਾ ਨਹੀਂ ਕਿਹੜੀ ਗੱਲੋਂ ਕੀ ਗੱਲਾਂ ਕਰੀ ਜਾਂਦੇ ਇਹ। ਇਹਨਾਂ ਨੂੰ ਕੋਈ ਹਲਕੇ ਦੇ ਵਿਕਾਸ ਦਾ, ਭਾਰਤ ਦੇ ਮੁੱਦਿਆਂ ਦਾ ਕੋਈ ਫਿਕਰ ਹੀ ਹੈ ਨਹੀਂਗਾ, ਜੋ ਯਬਲੀਆਂ ਮੂੰਹ ਚੋਂਦੀਆਂ ਮਾਰੀ ਜਾਂਦੇ ਆ। ਇਹ ਗੱਲਾਂ ਕਰਨ ਵਾਲੀਆਂ ਨੇ। ਤੁਸੀਂ ਇਹ ਦੱਸੋ ਵੀ ਤੁਸੀਂ ਲੋਕਾਂ ਲਈ ਕੀ ਕਰ ਸਕਦੇ ਹੋ, ਵਿਕਾਸ ਲਈ ਕੀ ਕਰ ਸਕਦੇ ਹੋ, ਤੁਸੀਂ ਆਪਣੇ ਮੁਲਕ ਨੂੰ, ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਕੀ ਕਰ ਸਕਦੇ ਹੋ, ਇਹ ਗੱਲਾਂ ਤਾਂ ਤੁਸੀਂ ਕਰੋ। ਤੇ ਆਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕਰ ਰਹੇ ਹੋ? ਇੱਕ ਜਣਾ ਇੱਥੇ ਬਕਵਾਸ ਕਰੀ ਜਾਂਦਾ ਕਿ ਮਮਤਾ ਬੈਨਰਜੀ ਨੂੰ ਬਰਮੂਡਾ ਪਾ ਲੈਣਾ ਚਾਹੀਦਾ, ਉਹਨੂੰ ਲੱਤ ਨੰਗੀ ਰੱਖਣੀ ਚਾਹੀਦੀ ਹੈ, ਨੀਕਰ ਪਾ ਕੇ ਆਇਆ ਕਰੇ, ਕੋਈ ਕੁਛ ਕਹੀ ਜਾਂਦਾ ਵੀ ਇਹ ਸਾਡੇ ਦੇਸ਼ ਦੇ ਮੁੱਦੇ ਆ। ਬਿਲਕੁਲ ਤੁਸੀਂ ਹੱਦ ਹੀ ਹੋ ਗਈ ਵੀ ਰਾਜਨੀਤੀ ਨੂੰ ਇੰਨਾ ਥੱਲੇ ਨਾ ਡੇਗੋ ਜਿਹਦਾ ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਜੇ ਰਾਜਨੀਤੀਵਾਨ ਹੋ, ਜਿਹੜੇ ਤੁਸੀਂ ਕਿੱਤੇ ਦੇ ਵਿੱਚ ਹੁੰਨੇ ਹੋ ਨਾ ਟਾਣਾ ਸਾਹਿਬ, ਅਸੀਂ ਜੇ ਅੱਜ ਪੱਤਰਕਾਰ ਹਾਂ ਤਾਂ ਅਸੀਂ ਪੱਤਰਕਾਰਤਾ ਦੀ ਕਦਰ ਕਰਦੇ ਹਾਂ, ਅਸੀਂ ਉਹਦਾ ਸਨਮਾਨ ਕਰਦੇ ਹਾਂ। ਤੁਸੀਂ ਰਾਜਨੀਤੀ 'ਚ ਹੋ ਤਾਂ ਤੁਸੀਂ ਰਾਜਨੀਤੀ ਦੀ ਕਦਰ ਕਰੋ, ਉਹਦਾ ਸਨਮਾਨ ਕਰੋ। ਜੋ ਤੁਸੀਂ ਲੋਕਾਂ ਲਈ ਕਰ ਸਕਦੇ ਹੋ ਦੱਸੋ। ਤੁਸੀਂ ਨਵੇਂ-ਨਵੇਂ ਆਈਡੀਆਜ਼, ਨਵੀਆਂ-ਨਵੀਆਂ ਚੀਜ਼ਾਂ, ਨਵੀਆਂ-ਨਵੀਆਂ ਖੋਜਾਂ ਲੈ ਕੇ ਆਓ ਜਿਹੜੀਆਂ ਤੁਸੀਂ ਲੋਕਾਂ ਨੂੰ ਦੱਸੋ ਵੀ ਅਸੀਂ ਤੁਹਾਡੇ ਲਈ ਆਹ ਕੁਝ ਸੋਚਿਆ ਤੇ ਆਹ ਕੁਝ ਇੰਨੇ ਸਮੇਂ 'ਚ ਅਸੀਂ ਕਰ ਦਿਆਂਗੇ। ਮੈਨੂੰ ਇਉਂ ਲੱਗਦਾ ਕਿ ਜੇਕਰ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਇਹ ਰਾਜਨੀਤੀਵਾਨ ਜਿਹੜੇ ਆ ਉਹ ਕੁਝ ਕਰਨਾ ਚਾਹਣ ਨਾ, ਇਹ 4 ਦਿਨ ਨਹੀਂ ਕੱਟਦੇ ਉੱਥੇ, ਕਿਉਂਕਿ ਯਬਲੀ ਮਾਰੇ ਬਿਨਾਂ ਤੋਂ ਰਹਿ ਨਹੀਂ ਸਕਦੇ, ਭ੍ਰਿਸ਼ਟਾਚਾਰ ਕਰੇ ਤੋਂ ਬਿਨਾਂ ਨਹੀਂ ਰਹਿ ਸਕਦੇ, ਕੋਈ ਕੁੰਡੀ ਕਾਂਡੀ ਲੋੜ ਤੋਂ ਬਿਨਾਂ ਬਚ ਨਹੀਂ ਸਕਦੇ। ਇਧਰੋਂ ਜੋੜ ਤੋੜ ਕਰਕੇ ਇੱਧਰ ਸਿਆਪਾ ਪਾਤਾ, ਇਧਰੋਂ ਜੋੜ ਤੋੜ ਕਰਕੇ ਇੱਧਰ ਧਰਮ ਦਾ ਪੁਆੜਾ ਪਾਤਾ। ਇਹਨਾਂ ਨੇ 4 ਦਿਨ ਨਹੀਂ ਕੱਟਣੇ, ਇਹਨਾਂ ਨੂੰ ਭਾਰਤ ਹੀ ਚੱਲਦਾ। ਪਤਾ ਨਹੀਂ ਸੱਚੀ, ਸ਼ਾਇਦ ਸਾਡੇ ਲੋਕ ਨਾ, ਮਤਲਬ ਮੈਂ ਇਹ ਕਹਿੰਦੀ ਆ ਤੁਸੀਂ ਕਿਸੇ ਵੀ ਪਾਰਟੀ ਦੇ ਪ੍ਰਸ਼ੰਸਕ ਹੋ ਸਕਦੇ ਹੋ, ਪਰ ਜਦੋਂ ਕੋਈ ਵੀ ਬੰਦਾ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਦਾ ਹੋਏ, ਬੀਜੇਪੀ ਦਾ ਹੋਏ, ਬਸਪਾ ਦਾ ਹੋਏ, ਕਾਂਗਰਸ ਦਾ ਹੋਏ, ਅਕਾਲੀ ਦਲ ਦਾ ਹੋਏ, ਕਿਸੇ ਵੀ ਪਾਰਟੀ ਦਾ ਹੋਏ, ਜਦੋਂ ਉਹ ਗਲਤ ਬਿਆਨਬਾਜ਼ੀ ਕਰਦਾ ਤਾਂ ਉਹਨੂੰ ਸਵਾਲ ਜ਼ਰੂਰ ਕਰੋ। ਤੇ ਹੁਣ ਇਸ ਬੰਦੇ ਨੇ ਪਤਾ ਕੀ ਕਹਿਣਾ, ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮੈਂ ਮਾਫੀ ਚਾਹਣਾ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ। ਤੇ ਜੇਕਰ ਕਿਸੇ ਨੂੰ ਗਲਤ ਲੱਗਾ ਤਾਂ ਭਾਈ ਮੈਂ ਆਪਣੇ ਸ਼ਬਦ ਵਾਪਸ ਲੈਣਾ। ਮੈਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਵੀ ਕਿਸੇ ਦੇ ਉੱਤੇ ਸ਼ਬਦਾਂ ਦਾ ਵਾਰ ਕਰਕੇ ਆਪਾਂ ਸ਼ਬਦ ਵਾਪਸ ਕਿਵੇਂ ਲੈ ਲੈਣੇ ਆ। ਜੀ ਅਸੀਂ ਤਾਂ ਅੱਜ ਤੇ ਇਹੀ ਪੜ੍ਹਦੇ ਰਹੇ ਹਾਂ ਵੀ ਸਿਆਣਿਆਂ ਨੇ ਕਿਹਾ ਵੀ ਤੀਰ ਕਮਾਨ ਚੋਂ ਤੇ ਬੋਲ ਜ਼ੁਬਾਨ ਚੋਂ ਇੱਕ ਵਾਰ ਨਿਕਲ ਜਾਣ ਤੇ ਕਦੇ ਵਾਪਸ ਨਹੀਂ ਆਉਂਦੇ। ਇਹਨਾਂ ਦੀ ਜ਼ੁਬਾਨ ਚੋਂ ਪਤਾ ਨਹੀਂ ਕਿਵੇਂ ਨਿਕਲੇ ਹੋਏ ਬੋਲ ਵਾਪਸ ਆ ਜਾਂਦੇ ਨੇ। ਸੋ ਖੈਰ, ਲੋਕੀ ਜਦ ਤੱਕ ਜਾਗਰੂਕ ਨਹੀਂ ਹੁੰਦੇ, ਜਦ ਤੱਕ ਲੋਕ ਸਿਰ ਤੋਂ ਕੰਮ ਨਹੀਂ ਲੈਂਦੇ, ਤਦ ਤੱਕ ਇਹ ਇਹੋ ਜਿਹੀਆਂ ਬਿਆਨਬਾਜ਼ੀਆਂ ਹੀ ਕਰਨਗੇ। ਜਦੋਂ ਲੋਕ ਆਪਣੀ ਕਚਹਿਰੀ ਦੇ ਵਿੱਚ ਖੜਾ ਕਰਕੇ ਤੇ ਸਵਾਲ ਕਰਨਗੇ ਨਾ ਵੀ ਆਹ ਕਿਉਂ ਕਿਹਾ, ਨਹੀਂ ਕਹਿਣਾ ਚਾਹੀਦਾ ਜਾਂ ਇਦਾਂ ਨਾ ਬੋਲੋ, ਸ਼ਾਇਦ ਉਦੋਂ ਹਟ ਜਾਣ। ਸੋ ਬਾਕੀ ਫਿਲਹਾਲ ਦੇ ਲਈ ਹੁਣ ਪ੍ਰੋਗਰਾਮ ਨੂੰ ਸਮੇਟਦੇ ਹਾਂ। ਟਾਣਾ ਸਾਹਿਬ ਜਾਣ ਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।